किंचलिए प्रदेश प्रोग्राम ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ BS ਪੁੱਲਰ ਓਵਰਸੀਜ਼ ਜੋ ਕਿ ਨਕੋਦਰ ਵਿਖੇ ਹੈ। BS ਪੁੱਲਰ ਓਵਰਸੀਜ਼ ਆਪਣੇ ਇਲਾਕੇ ਵਿੱਚ ਇੱਕ ਬ੍ਰਾਂਡ ਬਣ ਚੁੱਕੀ ਹੈ। ਇੱਥੇ ਬੱਚਿਆਂ ਨੂੰ IELTS ਦੀ ਕੋਚਿੰਗ ਦਿੱਤੀ ਜਾਂਦੀ ਹੈ। ਇਸ ਦੇ ਨਾਲ ਸਪੋਕਨ ਇੰਗਲਿਸ਼ ਇੰਟਰਵਿਊ ਪ੍ਰੈਪਰੇਸ਼ਨ ਕਰਵਾਈ ਜਾਂਦੀ ਹੈ ਅਤੇ ਬਾਹਰ ਜਾਣ ਵਾਲੇ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਤੇ ਵਿਜ਼ਟਰ ਵੀਜ਼ਾ ਦੀ ਫੈਸਿਲਿਟੀ ਵੀ ਮੌਜੂਦ ਹੈ। ਇੱਥੋਂ ਦੇ MD ਜਗਦੇਵ ਸਿੰਘ ਭੁੱਲਰ ਜੀ ਬਹੁਤ ਹੀ ਅੰਤਕ ਮਿਹਨਤੀ ਇਨਸਾਨ ਹੈ ਅਤੇ ਹਮੇਸ਼ਾ ਹੀ ਬੱਚਿਆਂ ਨੂੰ ਗਾਈਡ ਕਰਨ ਲਈ ਤਿਆਰ ਰਹਿੰਦੇ ਨੇ। ਇੱਥੋਂ ਦਾ ਸਟਾਫ ਬਹੁਤ ਹੀ ਮਿਹਨਤੀ ਤੇ ਤਜਰਬੇਕਾਰ ਹੈ। ਸਾਡੀ ਟੀਮ ਨੇ ਸਟਾਫ ਮੈਂਬਰਸ ਨਾਲ ਗੱਲਬਾਤ ਕੀਤੀ। ਸਾਡੀ ਟੀਮ ਨੇ ਇੱਥੇ ਪੜ੍ਹ ਰਹੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ BS ਪੁੱਲਰ ਓਵਰਸੀਜ਼ ਦੀ ਬੇਹੱਦ ਤਾਰੀਫ ਕੀਤੀ। ਸਾਡੀ ਟੀਮ ਨੇ ਇੱਥੋਂ ਦੇ MD ਸਰ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ BS ਪੁੱਲਰ ਓਵਰਸੀਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਓ ਲੈ ਕੇ ਚੱਲਦੇ ਹਾਂ ਤੁਹਾਨੂੰ BS ਪੁੱਲਰ ਓਵਰਸੀਜ਼ ਨਕੋਦਰ। ਦਰਸ਼ਕੋ, ਪੰਜਾਬ ਪਲੱਸ ਚੈਨਲ ਦੇ ਕਿੰਝ ਜਾਈਏ ਪ੍ਰਦੇਸ਼ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ BS ਪੁੱਲਰ ਓਵਰਸੀਜ਼ ਜਿਹੜੇ ਨਕੋਦਰ ਵਿਖੇ ਪਿਛਲੇ 4 ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ, ਚਾਹੇ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਲਈਏ, ਨਿਊਜ਼ੀਲੈਂਡ ਦੀ ਗੱਲ ਕਰ ਲਈਏ, ਆਪਾਂ UK ਦੀ ਗੱਲ ਕਰ ਲਈਏ, ਆਪਾਂ ਕੈਨੇਡਾ ਦੀ ਗੱਲ ਕਰ ਲਈਏ, ਤਾਂ ਇਹਨਾਂ ਦੇ ਨਾਲ ਅਟੈਚ ਹੋ ਕੇ ਚਾਹੇ ਉਹ IELTS ਕਰਕੇ ਚਾਹੇ ਉਹ ਇਮੀਗ੍ਰੇਸ਼ਨ ਦੇ ਵਿੱਚ ਸਟੱਡੀ ਵੀਜ਼ਾ ਲੈ ਕੇ ਇਹਨਾਂ ਦੀ ਹੈਲਪ ਦੇ ਨਾਲ ਬਾਹਰ ਜਾ ਚੁੱਕੇ ਨੇ। ਭੁੱਲਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਪੰਜਾਬ ਪਲੱਸ TV ਵਾਲਿਆਂ ਦਾ ਤੁਹਾਡੇ ਇੱਥੇ ਪਹੁੰਚਣ 'ਤੇ। ਜਗਦੇਵ ਸਿੰਘ ਭੁੱਲਰ, ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਬਾਈ ਜੀ, ਜਿਹੜੀ ਇਹ ਲਾਈਨ ਆ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਏਰੀਏ ਦੇ ਜੰਪ ਲਓ, ਇਸ ਏਰੀਏ 'ਚ ਸੇਵਾ ਕੀਤੀ ਆ ਔਰ ਉਸ ਤੋਂ ਬਾਅਦ ਹੀ ਤੁਸੀਂ ਇਸ ਫੀਲਡ 'ਚ ਆਏ ਹੋ। ਕੀ ਕਹਿਣਾ ਚਾਹੋਗੇ ਕਿ ਜਦੋਂ ਇਸ ਲਾਈਨ ਦਾ ਨਾਮ ਆਉਂਦਾ ਲੋਕਾਂ ਦੇ ਮਨ ਘਟਣ ਜੇ ਲੱਗ ਜਾਂਦੇ ਆ, ਉਹਨਾਂ ਨੂੰ ਪਜਲਿੰਗ ਜੀ ਦਿਮਾਗ ਦੇ ਵਿੱਚ ਆਉਣ ਲੱਗ ਜਾਂਦੀ ਆ, ਪਰ ਭੁੱਲਰ ਪਰਿਵਾਰ ਜਿਨ੍ਹਾਂ ਨੇ ਇਸ ਇਲਾਕੇ 'ਚ ਸੇਵਾ ਕੀਤੀ ਆ ਔਰ ਆਪਣਾ ਨਾਮ ਕਮਾਇਆ, ਉਹਨਾਂ ਨੇ ਜਦੋਂ ਦਾ ਇਸ ਫੀਲਡ ਦੇ ਵਿੱਚ ਆਏ ਆ ਤਾਂ ਲੋਕਾਂ ਦੇ ਮਨ 'ਚੋਂ ਪਹਿਲੀ ਗੱਲ ਤਾਂ ਉਹ ਉਦਾਸੀ, ਉਹ ਟੈਨਸ਼ਨ ਵੀ ਪਤਾ ਨਹੀਂ ਇਹ ਬੰਦੇ ਕੌਣ ਆ, ਉਹ ਚਲੀ ਗਈ ਹੈ। ਇਹ ਨਹੀਂ ਹੈ ਕਿ ਇੱਥੇ 3 ਜਣੇ ਅੱਗੇ ਭਾਏ ਵੇ ਆ ਤੇ ਭੁੱਲਰ ਨੇ ਕਿਸੇ ਨੂੰ ਮਿਲਣਾ ਨਹੀਂਗਾ। ਜਿਹੜਾ ਬੰਦਾ ਆਉਂਦਾ ਡਾਇਰੈਕਟਲੀ ਤੁਹਾਨੂੰ ਮਿਲ ਸਕਦਾ ਹੈਗਾ। ਇੱਕੋ ਛੱਤ ਦੇ ਥੱਲੇ ਚਾਹੇ IELTS ਦੀ ਗੱਲ ਕਰ ਲਈਏ, ਚਾਹੇ ਆਪਾਂ ਸਟੱਡੀ ਵੀਜ਼ਾ ਦੀ ਗੱਲ ਕਰ ਲਈਏ, ਇੱਕੋ ਛੱਤ ਦੇ ਥੱਲੇ ਸਾਰੀ ਉਹਦੀ ਜਿਹੜੀ ਹੈਗੀ ਆ ਸੇਵਾ ਬੱਚੇ ਦੀ ਇੱਕ ਵਾਰੀ ਅੰਦਰ ਪ੍ਰਮਿਤ 'ਚ ਆ ਜਾਵੇ, ਉਹਦੀ ਬੋਡੀ ਲੈਂਗੁਏਜ ਚੇਂਜ ਕਰਨਾ, ਪਰਸਨੈਲਿਟੀ ਡਿਵੈਲਪਮੈਂਟ ਕਰਨਾ, ਉਹ ਸਾਰੇ ਦੀ ਜ਼ਿੰਮੇਵਾਰੀ ਜਿਹੜੀ ਫਿਰ ਭੁੱਲਰਾਂ ਦੀ ਹੋ ਜਾਂਦੀ ਹੈ। ਕੀ ਕਹਿਣਾ ਚਾਹੋਗੇ? ਇਹਦੇ ਵਿੱਚ ਇਹੀ ਸੀਗਾ ਕਿ ਸਾਡੇ ਇੱਥੇ ਨਕੋਦਰ ਦੇ ਵਿੱਚ ਜਿਹੜਾ IELTS ਸੈਂਟਰ ਤਾਂ ਕਾਫੀ ਸੀਗੇ, ਪਰ ਇਮੀਗ੍ਰੇਸ਼ਨ ਦਾ ਕੰਮ ਬਹੁਤ ਘੱਟ ਲੋਕ ਕਰਦੇ। ਜਲੰਧਰ ਜਾਣਾ ਪੈਂਦਾ, ਚੰਡੀਗੜ੍ਹ, ਦਿੱਲੀ ਜਾਣਾ ਪੈਂਦਾ ਜੀ। ਇਹੀ ਅਸੀਂ ਪ੍ਰੋਜੈਕਟ ਲੈ ਕੇ ਆਏ ਸੀ ਵੀ ਜਿਹੜਾ ਸਾਰਾ ਜਿਹੜਾ IELTS ਤੋਂ ਲੈ ਕੇ ਇਮੀਗ੍ਰੇਸ਼ਨ ਦਾ ਕੰਮ ਆ ਉਹ ਸਾਰਾ ਇੱਕ ਛੱਤ ਦੇ ਥੱਲੇ ਹੋ ਜਾਵੇ ਕਿ ਬੱਚਾ ਤੁਹਾਡੇ ਕੋਲ 2 ਤੋਂ 3 ਮਹੀਨੇ ਤੋਂ ਆ ਰਿਹਾ ਹੁੰਦਾ, ਤੁਹਾਡੇ ਨਾਲ ਬੌਂਡਿੰਗ ਉਹਦੀ ਹੁੰਦੀ ਆ, ਉਹਨੂੰ ਪਤਾ ਲੱਗ ਜਾਂਦਾ ਕਿ ਸਾਡਾ ਕੋਈ ਵੀ ਜਿਹੜਾ ਹੈਗਾ ਆ ਵੀ ਕੋਈ ਸਾਡਾ ਠੱਗੀ ਨਹੀਂ ਹੋਊਗੀ ਸਾਡੇ ਨਾਲ, ਜੋ ਵੀ ਕੁਛ ਇੱਥੇ ਡੇਲੀ ਬੇਸਿਸ ਹੁੰਦਾ ਉਹਨਾਂ ਨੂੰ ਕਲੀਅਰ ਹੁੰਦਾ ਹੈ। ਅਤੇ ਕੋਈ ਵੀ ਜਿਹੜੀ ਕੋਈ ਪ੍ਰੋਸੈਸਿੰਗ ਫੀਸ ਆ, ਕੋਈ ਪ੍ਰੋਸੈਸਿੰਗ ਫੀਸ ਦੇ ਨਾਂ 'ਤੇ 20,000 25,000 ਕੋਈ ਐਡਵਾਂਸ ਨਹੀਂ ਲਿਆ ਜਾਂਦਾ। ਵੀਜ਼ਾ ਲੱਗਣ ਤੋਂ ਬਾਅਦ ਸਾਰਾ ਉਹਨਾਂ ਦਾ ਪੈਸਾ ਜਿਹੜਾ ਬਾਅਦ ਵਿੱਚ ਕਲੈਕਟ ਕਰਨੇ ਆ। ਬਾਈ ਜੀ, ਕੀ ਕਹਿਣਾ ਚਾਹੋਗੇ ਕਿ ਅਗਲਾ ਆਪਣੇ ਅਕਾਊਂਟਾਂ 'ਚ ਹੀ ਪੈਸੇ ਜਮ੍ਹਾਂ ਕਰਾਉਂਦਾ ਹੈਗਾ, ਤੁਸੀਂ ਉਹਨਾਂ ਨੂੰ ਕਹਿ ਦਿੰਦੇ ਹੋ ਔਰ ਉਹਨਾਂ ਅਕਾਊਂਟਾਂ 'ਚ ਜਮ੍ਹਾਂ ਕਰਾ ਕੇ ਬਾਹਰ ਜੇ ਆਪਾਂ ਗੱਲ ਕਰ ਲਈਏ, ਅੱਜ ਇੰਨੇ ਸਟੂਡੈਂਟ ਤੁਹਾਡੇ ਹਰ ਇੱਕ ਕੰਟਰੀ 'ਚ ਹੈਗੇ ਆ ਕਿ ਉਹ ਵੀ ਇੱਕ ਮਾਰਗਦਰਸ਼ਕ ਦਾ ਕੰਮ ਕਰਦੇ ਆ ਉਹਨਾਂ ਬੱਚਿਆਂ ਲਈ। ਜਦੋਂ ਬੱਚੇ ਜਾਂਦੇ ਆ, ਬੋਡੀ ਲੈਂਗੁਏਜ ਉਹਨਾਂ ਦੀ ਇੱਧਰੋਂ ਜਾ ਕੇ ਥੋੜ੍ਹਾ ਘਬਰਾਏ ਹੁੰਦੇ ਆ, ਅਤੇ ਤੁਹਾਡੇ ਜਿਹੜੇ ਬੱਚੇ ਜਿਹੜੇ ਪਹਿਲਾਂ ਆਲਰੇਡੀ ਤੁਹਾਡੇ ਵੀਜ਼ਾਸ ਦੇ ਨਾਲ ਉੱਧਰ ਗਏ ਆ, ਉਹ ਉਹਨਾਂ ਲਈ ਕੀਲ, ਇੱਕ ਬੋਟ, ਇੱਕ ਉਹਨਾਂ ਦੇ ਲਈ ਨੈਟਵਰਕ ਦਾ ਕੰਮ ਕਰਦੇ ਆ ਕਿ ਉਹਨਾਂ ਦੀ ਹੈਲਪ ਕਰਨੀ, ਕਿਉਂਕਿ ਤੁਸੀਂ ਉਹਨਾਂ ਨਾਲ WhatsApp ਗਰੁੱਪਾਂ ਦੇ ਉੱਪਰ ਅਟੈਚ ਹੋ। ਜੋ ਤੁਸੀਂ ਬਾਹਰ ਜਾਂਦੇ ਹੋ ਜਾਂ ਆਪ ਕੋਸ਼ਿਸ਼ ਕਰਦੇ ਹੋ ਤਾਂ ਉਹ ਲੋਕ ਸਾਰੇ ਜਿਹੜੇ ਹੈਗੇ ਆ ਇੱਕ ਖੁਸ਼ਬੂ ਦੀ ਤਰ੍ਹਾਂ ਫੈਲੇ ਹੋਏ ਨੇ। ਹਾਂਜੀ, ਜਿਹੜੇ ਬੱਚੇ ਸਾਡੇ ਜਿੱਦਾਂ ਪਹਿਲੋਂ ਗਏ ਆ ਉਹਨਾਂ ਨੂੰ ਇੱਕੋ ਗੱਲ ਦੱਸੀ ਦੀ ਆ ਵੀ ਜਿਹੜਾ ਜ਼ਿੰਦਗੀ ਦੇ ਵਿੱਚ ਤੁਹਾਨੂੰ ਪਹਿਲੀ ਵਾਰੀ ਤੁਹਾਨੂੰ ਏਅਰਪੋਰਟ ਤੋਂ ਲੈ ਕੇ ਜਾਂਦਾ ਔਰ ਜਿਹਨੇ ਪਹਿਲੀ ਵਾਰੀ ਤੁਹਾਨੂੰ ਜ਼ਿੰਦਗੀ 'ਚ ਕਿਸੇ ਕੰਮ 'ਤੇ ਲਗਵਾਇਆ ਉਹਨੂੰ ਜ਼ਿੰਦਗੀ ਭਰ ਯਾਦ ਰੱਖਿਓ। ਅਤੇ ਇਹ ਜਿਹੜੀ ਆ ਲੜੀ ਅੱਗੇ ਤੋਂ ਅੱਗੇ ਤੋੜਦੇ ਰਹੋ ਕਿ ਜਿੱਦਾਂ ਆਪਾਂ ਪਹਿਲੀ ਵਾਰੀ ਗਏ ਆ ਅਤੇ ਤੁਹਾਨੂੰ ਕਿਸੇ ਨੇ ਸਪੋਰਟ ਕੀਤਾ ਤਾਂ ਤੁਸੀਂ ਕਾਮਯਾਬ ਹੋ ਗਏ। ਅਤੇ ਜਿਹੜੇ ਸਾਡੇ ਨਵੇਂ ਬੱਚੇ ਜਾ ਰਹੇ ਆ ਉਹਨਾਂ ਨੂੰ ਵੀ ਸੇਮ ਹੀ ਕੈਟੇਗਰੀ ਦੇ ਵਿੱਚ ਉਹ ਲੈਂਦੇ ਆ ਵੀ ਹਾਂ ਵੀ ਜੇ ਕਿਸੇ ਦਿਨ ਮੈਨੂੰ ਕਿਸੇ ਨੇ ਸਪੋਰਟ ਕੀਤੀ ਅਤੇ ਇੱਥੋਂ ਤੱਕ ਪਹੁੰਚਾਂ ਅਤੇ ਮੈਂ ਅਗਲੇ ਬੱਚੇ ਨੂੰ ਇੱਦਾਂ ਇੱਕ ਕਰਨਾ, ਮਤਲਬ ਇੱਕ ਦੂਜੇ ਦੀ ਸਪੋਰਟ ਕਰਨ ਲਈ ਉਹਨਾਂ ਨੂੰ ਉਤਸ਼ਾਹਿਤ ਕਰੀਦਾ ਵੀ ਤੁਸੀਂ ਇੱਕ ਦੂਜੇ ਦੀ ਸਪੋਰਟ ਕਰੋ। ਵੀਰ ਜੀ, ਕਾਫੀ ਫੋਟੋਜ਼ ਜਿਹੜੀਆਂ ਲੱਗੀਆਂ ਔਰ ਬਹੁਤ ਫੋਟੋਜ਼ ਨਵੀਆਂ ਆ ਰਹੀਆਂ ਨੇ ਦਿਨੋਂ ਦਿਨ। ਕਦੇ IELTS ਦੇ ਸਕੋਰ ਕੋਈ ਲੈ ਗਿਆ, ਕਦੇ ਕਿਸੇ ਦਾ ਵੀਜ਼ਾ ਲੱਗ ਗਿਆ। ਕੀ ਕਹਿਣਾ ਚਾਹੋਗੇ ਕਿ ਹਰ ਰੋਜ਼ ਹੀ ਇੱਥੇ ਮਠਿਆਈਆਂ ਵੰਡਣ ਵਾਲਾ ਕੰਮ ਹੈਗਾ, ਕਿਉਂਕਿ ਜਿਸ ਦਿਨ ਤੋਂ ਇਹ ਸ਼ੁਰੂ ਕੀਤਾ ਕਦੇ ਪਿੱਛੇ ਮੁੜ ਕੇ ਤੁਸੀਂ ਦੇਖੇ ਨਹੀਂ ਗੇ ਔਰ ਹਮੇਸ਼ਾ ਅੱਗੇ ਤੋਂ ਅੱਗੇ ਵਧ ਰਹੇ ਹੋ ਔਰ ਮਿਹਨਤ ਕਰ ਰਹੇ ਹੋ। ਹਾਂਜੀ, ਬਸ ਇਹੀ ਚੀਜ਼ ਸੀਗੀ ਕਿ ਜਦੋਂ ਵੀ ਆਪਾਂ ਕੰਮ ਨੂੰ ਸਟਾਰਟ ਕੀਤਾ ਸੀ ਅਤੇ ਇੱਕ ਦਿਮਾਗ 'ਚ ਲੈ ਕੇ ਗੱਲ ਤੁਰੇ ਸੀਗੇ ਕਿ ਕਿਸੇ ਨਾਲ ਵੀ ਕੋਈ ਫਰੋਡ ਨਹੀਂ ਹੋਣਾ ਚਾਹੀਦਾ। ਜੇ ਕਿਸੇ ਦਾ ਕੰਮ ਅੱਗੇ ਪਿੱਛੇ ਹੋ ਵੀ ਜਾਂਦਾ ਪਰ ਪੈਸੇ ਦੀ ਗਰੰਟੀ ਉਹਦੀ ਹੋਣੀ ਚਾਹੀਦੀ ਆ। ਇਹ ਨਹੀਂ ਕਹੇਗਾ ਕਿ ਕਾਲਜ ਨੂੰ ਫੀਸ ਤੁਸੀਂ ਆਪਣੇ ਅਕਾਊਂਟ 'ਚੋਂ ਜਮ੍ਹਾਂ ਕਰਾਉਂਦੇ ਆ, ਬੱਚੇ ਦੇ ਅਕਾਊਂਟ 'ਚੋਂ ਫੀਸ ਜਾਊਗੀ, ਬੱਚੇ ਦੇ ਅਕਾਊਂਟ 'ਚੋਂ GIC ਜਾਊਗੀ, ਉਹਨਾਂ ਦੇ ਕਾਰਡ ਤੋਂ ਹੀ ਉਹਨਾਂ ਦੀ ਐਮਬੈਸੀ ਫੀਸ ਵੀ ਜਾਂਦੀ ਆ। ਅਸੀਂ ਕੋਈ ਵੀ ਪੈਸਾ ਜਿਹੜਾ ਕੈਸ਼ ਦੇ ਰੂਪ 'ਚ ਨਹੀਂ ਲੈਂਦੇ ਵੀ ਕੈਸ਼ ਪੈਸਾ ਲੈ ਲਿਆ ਬਾਅਦ ਵਿੱਚ ਉਹਦੇ ਵਿੱਚੋਂ 50,000 ਦੀ ਫੀਸ ਆ, ਲੱਖ ਰੁਪਈਆ ਵਿੱਚੋਂ ਕਮਾ ਲਿਆ, ਉਹ ਕੰਮ ਨਹੀਂ ਹੈਗਾ।
ਜਿਹਦੀ ਐਲੀਜੀਬਿਲਟੀ ਜਿਸ ਕੰਟਰੀ ਲਈ ਬਣਦੀ ਆ ਉਸ ਕੰਟਰੀ ਉਹਨੂੰ ਗਾਈਡ ਕਰਦੇ ਆ। ਜੇ ਉਹਦੀ ਐਲੀਜੀਬਿਲਟੀ ਨਹੀਂ ਬਣਦੀ ਜਵਾਬ ਦੇ ਦਿੰਦੇ ਆ। ਬਟ ਉਹ ਜਿਹੜੇ ਆਮ ਬੈਠੇ ਆ ਵੱਡੇ ਸ਼ਹਿਰਾਂ ਦੇ ਵਿੱਚ ਉਹ ਤਾਂ ਤੁਹਾਨੂੰ ਪਤਾ ਹੀ ਆ ਜਿਹੜਾ ਮਰਜ਼ੀ ਆ ਰਿਹਾ ਫੀਸ ਉਹਨਾਂ ਲੈ ਕੇ ਆਪਣਾ ਕੰਮ ਰੇਟ ਦੇਣਾ। ਬਟ ਬਾਅਦ ਵਿੱਚ 6 ਮਹੀਨੇ ਬਾਅਦ ਸਾਲ ਬਾਅਦ ਉਹੀ ਬੱਚਾ ਸਾਡੇ ਕੋਲ ਵਾਪਸ ਆਉਂਦਾ, ਫਿਰ ਦੱਸਦਾ ਸਾਰੀ ਸਟੋਰੀ ਵੀ ਹਾਂ ਵੀ ਮੇਰੇ ਨਾਲ ਆਹ ਠੱਗੀ ਹੋ ਗਈ, ਮੇਰੇ ਕੋਲ ਇੰਨੇ ਪੈਸੇ ਲੈ ਲਏ, ਮੇਰਾ ਆਹ ਹੋ ਗਿਆ, ਵੀ ਤੁਸੀਂ ਕਿਹਾ ਸੀ ਤਾਂ ਉਹ ਕੰਮ ਨਹੀਂ ਹੋਇਆ। ਤੇ ਦੁਬਾਰਾ ਜਿਹੜੀ ਕੰਟਰੀ ਐਲੀਜੀਬਿਲਟੀ ਬਣਦੀ ਆ ਉਸ ਕੰਟਰੀ 'ਚ ਤੁਸੀਂ ਉਹਨੂੰ ਅਪਲਾਈ ਕਰੋ ਤੇ ਵੀਜ਼ਾ ਤੁਹਾਡਾ 100% ਆਊਗਾ। ਬਾਈ ਜੀ ਕੀ ਕਹਿਣਾ ਚਾਹੋਗੇ ਕਿ ਇੱਕੋ ਛੱਤ ਦੇ ਥੱਲੇ ਜਦੋਂ ਬੱਚਾ ਆਂਦਾ ਉਹਨੂੰ ਪਹਿਲਾਂ ਤਾਂ ਫਰੰਟ ਆਫਿਸ ਦੇ ਉੱਪਰ ਤੁਸੀਂ ਉਹਨੂੰ ਗਾਈਡ ਕਰਦੇ ਹੋ ਵੀ ਭਾਈ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ, ਇਹ ਕੋਈ ਆਈਲੈਟਸ ਦਾ ਕੋਈ ਇੰਨਾ ਜ਼ਿਆਦਾ ਔਖਾ ਕੰਮ ਨਹੀਂ, ਉਹੀ ਇੰਗਲਿਸ਼ ਜਿਹੜੀ ਤੁਸੀਂ ਪੜ੍ਹ ਕੇ ਆਏ ਹੋ ਸਿਰਫ ਬੋਲਣ 'ਚ ਵੀ ਟੰਗ ਜਿਹੜੀ ਹੈਗੀ ਆ ਉਹ ਇਸ ਤਰੀਕੇ ਦੇ ਨਾਲ ਬੱਚਿਆਂ ਦੀ ਡਿਵੈਲਪ ਕਰਦੇ ਹੋ ਕਿ ਧੀਰੇ ਧੀਰੇ ਜਿਹੜਾ ਹੈਗਾ ਉਹਨੂੰ ਸਿੰਪਲਿਸਿਟੀ 'ਚ ਲੈ ਕੇ ਇਹ ਨਹੀਂ ਹੈ ਕਿ ਤੁਹਾਡੇ ਲੈਕਚਰਾਰ ਆ ਜਿਹੜੇ ਪੜ੍ਹਾਉਣ ਵਾਲੇ ਆ ਉਹ ਇੰਗਲਿਸ਼ ਲੈਕਚਰ ਦੇਣ ਅਤੇ ਉਹਨਾਂ ਦੇ ਬਾਉਂਸਰ ਉੱਠਦੇ ਰਹਿਣ, ਬਲਕਿ ਉਹਨਾਂ ਨੂੰ ਤੁਸੀਂ ਗਾਈਡ ਕਰਕੇ ਪਹਿਲਾਂ ਉਹਨਾਂ ਨੂੰ ਕਾਉਂਸਲ ਕਰਦੇ ਹੋ ਲੈਕਚਰਾਰਾਂ ਨੂੰ, ਆਪਣਿਆਂ ਨੂੰ, ਆਪਣੇ ਟੀਚਰਸ ਨੂੰ, ਭਾਈ ਆਪਾਂ ਜਿਹੜਾ ਬੱਚਾ ਆਇਆ ਉਹਦੇ ਜ਼ਿੰਦਗੀ ਦੇ ਨਾਲ ਖੇਲਣਾ ਨਹੀਂ ਗਾ, ਉਹਨੂੰ ਮਿਹਨਤ ਕਰਾਉਣੀ ਹੈਗੀ ਆ। ਆਸ-ਪਾਸ ਦੇ ਪਿੰਡਾਂ ਦੇ ਲੋਕ ਹੁੰਦੇ ਨੇ, ਬੜਾ ਔਖਾ ਉਹਨਾਂ ਦਾ ਨਿਰਵਾਹ ਪਹਿਲਾਂ ਹੀ ਹੁੰਦਾ, ਔਖੇ ਹੋ ਕੇ ਪੈਸੇ ਉਹਨਾਂ ਨੇ ਖਰਚੇ ਹੁੰਦੇ ਆ, ਉਹਨਾਂ ਨੂੰ ਪੂਰਾ ਧਿਆਨ 'ਚ ਰੱਖ ਕੇ ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਬੱਚਿਆਂ ਦੀ, ਉਹਨਾਂ ਦੀ ਮਾਈਂਡ ਸੈਟਅਪ, ਉਹਨਾਂ ਦੀ ਓਵਰਆਲ ਚੇਂਜ ਕਰਕੇ ਕੇਵਲ ਆਈਲੈਟਸ ਹੀ ਨਹੀਂ ਬਲਕਿ ਹਰ ਚੀਜ਼ 'ਚ ਉਹਨਾਂ ਨੂੰ ਅੱਗੇ ਲੈ ਕੇ ਜਾਂਦੇ। ਹਾਂਜੀ, ਜਿਹੜਾ ਸਾਡੇ ਏਰੀਏ ਦੇ ਵਿੱਚ ਇੱਕ ਨਾ ਬਹੁਤ ਵੱਡਾ ਹੂਆ ਬਣ ਚੁੱਕਾ ਵੀ ਆਈਲੈਟਸ ਜਿਹੜੀ ਆ ਉਹ ਨਹੀਂ ਹੋਣੀ। ਉਹ ਬੱਚੇ ਪਹਿਲੋਂ ਹੀ ਹੱਥ ਖੜੇ ਕਰ ਜਾਂਦੇ ਕਈ ਵਾਰੀ ਤਾਂ, ਜਦ ਕਿ ਉਹਨਾਂ ਨੂੰ ਦੱਸੀਦਾ ਵੀ ਤੁਸੀਂ ਇਹ ਜਿਹੜਾ ਨਰਸਰੀ ਕਲਾਸ ਤੋਂ ਲੈ ਕੇ ਹੁਣ ਤੱਕ ਸਾਰਾ ਇਹ ਆਈਲੈਟ ਹੀ ਕਰਦੇ ਆਏ ਆ, ਕਿਸਮ ਦੇ ABC ਤੋਂ ਲੈ ਕੇ ਹੁਣ ਤੱਕ ਦਾ ਉਹੀ ਪੈਟਰਨ ਹੈ ਜਿਹਨੂੰ ਉਹਨਾਂ ਨੇ 4 ਮੋਡਿਊਲ ਦੇ ਵਿੱਚ ਚੇਂਜ ਕਰ ਦਿੱਤਾ। ਉੱਥੋਂ ਉਹਨਾਂ ਨੂੰ ਘਬਰਾਹਟ ਸ਼ੁਰੂ ਹੋ ਗਈ ਵੀ ਰੀਡਿੰਗ ਕੀ ਆ, ਰਾਈਟਿੰਗ ਕੀ ਆ, ਲਿਸਨਿੰਗ ਕੀ ਆ ਔਰ ਸਪੀਕਿੰਗ ਕੀ ਆ। ਉੱਥੇ ਉਹਨਾਂ ਨਾਲ ਕਨਫਿਊਜ਼ ਹੋ ਜਾਂਦੇ ਬੱਚੇ ਉਹ ਵੀ ਕੀ ਚੱਕਰ ਕੀ ਬਣਦਾ, ਵੀ ਕਿੱਦਾਂ ਕਰਨੀ ਹੈ ਕੁਛ ਨਹੀਂ, ਉਹੀ ਆ ਇੰਗਲਿਸ਼ ਆ 26 ਵਰਡ ਆ ਉਹਨੂੰ ਹੀ ਉਹਨਾਂ ਨੇ ਕੀਤਾ, ਕੁਛ ਐਕਸਟਰਾ ਨਹੀਂ ਇਹਦੇ ਵਿੱਚ ਹੈਗਾ। ਬਸ ਜਿਹੜਾ ਡਰ ਆ ਉਹ ਬੱਚਿਆਂ ਦਾ ਕੱਢਣਾ, ਜਿੱਥੇ ਉਹਨਾਂ ਦੀਆਂ ਕਮੀਆਂ ਪੇਸ਼ੀਆਂ ਉਹਨਾਂ ਨੂੰ ਆਪਾਂ ਅਪਗ੍ਰੇਡ ਕਰਦੇ ਹਾਂ। ਅਤੇ ਇਹੀ ਸਾਡਾ ਮੋਟਿਵ ਆ, ਬੱਚਿਆਂ ਨੂੰ ਜਿੰਨਾ ਵੀ ਆਪਾਂ ਇਹਨਾਂ 'ਚੋਂ ਡਰ ਪਹਿਲੋਂ ਕੱਢੀਏ। ਆਉਂਦਿਆਂ ਨੂੰ ਇਹ ਨਹੀਂ ਕਿ ਤੁਸੀਂ ਲੈਕਚਰ ਦੇਈ ਜਾਂਦੇ ਉਹਨਾਂ ਨੂੰ ਸਮਝ ਨਹੀਂ ਲੱਗਦੇ, ਤੁਸੀਂ ਨੈਕਸਟ ਦੇਈ ਜਾਂਦੇ ਆ, ਉਹ 1 ਬਾਈ 1 ਬੱਚੇ 'ਤੇ ਕੰਮ ਕੀਤਾ ਜਾਂਦਾ। ਜਿਹੜੇ ਮੋਡਿਊਲ ਦੇ ਵਿੱਚ ਉਹਦੀ ਕਮੀ ਹੁੰਦੀ ਆ ਉਹਦੀ ਫਿਰ ਸਪੈਸ਼ਲ ਕਲਾਸ ਲਵਾਈ ਦੀ ਆ ਈਵਨਿੰਗ ਟਾਈਮ, ਅਤੇ ਉਹਦੇ ਵਿੱਚ ਉਹਨੂੰ ਅਪਗ੍ਰੇਡ ਕਰਦੇ ਹਾਂ। ਵੀਰ ਜੀ, ਰਕਸ਼ਾ ਬੰਧਨ ਦੇ ਤਿਉਹਾਰ ਦੇ ਉੱਤੇ ਜਿਹੜਾ ਤੁਸੀਂ ਬੇਟੀਆਂ ਦੇ ਲਈ ਹੁਣ +2 ਦੇ ਐਗਜ਼ਾਮ ਜਿਹੜੇ ਰਿਜ਼ਲਟ ਆ ਚੁੱਕੇ ਨੇ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 10th ਦੇ ਆ ਚੁੱਕੇ ਨੇ ਔਰ CBSE ਦੇ ਅਬਾਊਟ ਟੂ ਡਿਕਲੇਅਰ ਹੈਗਾ, ਕੀ ਕਹਿਣਾ ਚਾਹੋਗੇ ਕਿ ਬੱਚਿਆਂ ਲਈ ਰਕਸ਼ਾ ਬੰਧਨ ਦੇ ਉੱਤੇ ਜਿਹੜਾ ਤੁਸੀਂ ਲੈ ਕੇ ਆਏ ਹੋ ਕਿ ਜਿਹੜੇ ਪਹਿਲੇ 50 ਬੱਚੇ ਆਉਣਗੇ, ਬੱਚੀਆਂ ਆਉਣਗੀਆਂ, ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਕੂਪਨ ਵੀ ਦਿੱਤੇ ਜਾਣਗੇ ਔਰ ਗਿਫਟ ਵੀ ਦਿੱਤੇ ਜਾਣਗੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜੇ ਸਾਡੇ ਕੋਲ ਅੱਜ ਤੋਂ ਲੈ ਕੇ ਨੈਕਸਟ ਡੇਟ ਤੱਕ ਸਾਡੇ ਕੋਲ 50 ਬੱਚੇ ਆਉਣਗੇ, ਉਹਨਾਂ ਨੂੰ ਅਸੀਂ ਗਿਫਟ ਦਿਆਂਗੇ। ਬੈਗ ਆ ਸਾਡੇ ਕੋਲ ਕਿੱਟ ਤਿਆਰ ਕਰਵਾ ਰਹੇ ਹਾਂ, ਉਹ ਸਾਰੀ ਕਿੱਟ ਉਹਨਾਂ ਨੂੰ ਫ੍ਰੀ ਦਿੱਤੀ ਜਾਊਗੀ। ਔਰ ਜੇ ਉਹ 7 ਬੈਂਡ ਲੈ ਕੇ ਆਉਂਦੇ ਆ ਤਾਂ ਉਹਨਾਂ ਨੂੰ 5000 ਦਾ ਨਾਮ ਜਿਹੜਾ ਕੈਸ਼ ਪ੍ਰਾਈਜ਼ ਦਿਆਂਗੇ ਅਸੀਂ। ਵੀਰ ਜੀ, ਕੀ ਕਹਿਣਾ ਚਾਹੋਗੇ ਕਿ ਵੀਜ਼ਾਸ ਦੇ ਵਿੱਚ ਅੱਜ ਕੱਲ੍ਹ ਕਿਹੜੇ ਦੇਸ਼ ਜਿਹੜੇ ਹੈਗੇ ਆ ਉਹਨਾਂ ਦੇ ਲਈ ਬੱਚਾ ਅਪਲਾਈ ਕਰ ਸਕਦਾ ਹੈਗਾ ਔਰ ਕਿਵੇਂ ਬਚਣ ਲੋਕਾਂ ਨੂੰ? ਹੁਣ ਅਨਭੋਲ ਬੱਚੇ ਆ, ਪੇਰੈਂਟਸ ਆ, ਜਿਹੜੇ ਬੱਚਿਆਂ ਦਾ ਮਨ ਹੁੰਦਾ ਕਿ ਬਾਹਰ ਜਾਣਾ ਹੀ ਜਾਣਾ, ਕਿਸ ਚੀਜ਼ ਤੋਂ ਬਚਣ, ਉਹ ਕੀ ਨਾ ਕਰਨ, ਮਤਲਬ ਜਿਹਦੇ ਨਾਲ ਉਹਨਾਂ ਦੇ ਨਾਲ ਵਿਚਾਰਿਆਂ ਨਾਲ ਠੱਗੀ ਨਾ ਵੱਜ ਸਕੇ, ਜਿਹੜੇ ਵੀ ਇਸ ਚੈਨਲ ਦੇ ਮਾਧਿਅਮ ਦੇ ਬਾਹਰ ਦੇਖ ਰਹੇ ਨੇ? ਦੇਖੋ ਜੀ, ਜਿਹਦੇ ਤਾਂ 6 ਇੰਚ ਬੈਂਡ ਹੈਗੇ ਆ ਉਹ ਕੈਨੇਡਾ ਲਈ ਐਲੀਜੀਬਲ ਆ, ਉਹ ਕੈਨੇਡਾ ਅਪਲਾਈ ਕਰੋ। ਜਿਹਦੇ 5.5 ਬੈਂਡ ਆ ਨੋਟ ਲੈਸ ਦੈਨ 6 ਤੋਂ ਮਤਲਬ 5.5 ਬੈਂਡ ਨੋਟ ਲੈਸ ਦੈਨ 5 6 ਇੰਚ ਆ, ਉਹ ਆਸਟ੍ਰੇਲੀਆ ਅਪਲਾਈ ਕਰ ਸਕਦੇ ਆ, UK ਅਪਲਾਈ ਕਰ ਸਕਦੇ ਆ। ਕੈਨੇਡਾ ਨੂੰ ਜਿਹੜਾ ਹੈਗਾ ਉਹ ਸਿਰਫ ਤੇ ਸਿਰਫ 6 ਇੰਚ ਵਾਲੇ ਹੀ ਅਪਲਾਈ ਕਰਨ, ਨਹੀਂ ਤਾਂ ਨੌਨ SDS ਕੇਸ ਦੀ ਜਿਹੜੀ ਪ੍ਰੋਫਾਈਲ ਆ ਉਹ ਆਟੋ ਰਿਫਿਊਜ਼ਲ 'ਤੇ ਲੱਗੀ ਹੋਈ ਆ। ਜਦੋਂ ਤੁਸੀਂ ਅਪਲਾਈ ਕਰਦੇ 15 ਤੋਂ 20 ਦਿਨ ਦੇ ਵਿੱਚ ਤੁਹਾਡੀ ਰਿਫਿਊਜ਼ਲ ਆ ਜਾਂਦੀ ਆ। ਜਿਹੜਾ ਵੀਜ਼ੇ ਨੂੰ ਕੋਈ ਅਪਰੋਕਸੀਮੇਟਲੀ 60 ਤੋਂ 70 ਦਿਨ ਲੱਗ ਰਿਹਾ, ਜਿਹੜੀ ਰਿਫਿਊਜ਼ਲ ਹੈ ਉਹ 20 ਦਿਨ ਦੇ ਵਿੱਚ ਆ ਜਾਂਦੀ। ਜਦੋਂ ਤੁਹਾਡਾ ਮੈਡੀਕਲ ਅਪਡੇਟ ਹੁੰਦਾ ਨਾਲ ਲੱਗਦੀ ਰਿਫਿਊਜ਼ਲ ਆ ਜਾਂਦੀ ਹੈ। ਅਤੇ ਨੌਨ SDS ਕੇਸ ਦੇ ਵਿੱਚ ਨਾ ਅਪਲਾਈ ਕਰੋ, ਨਾ ਠੱਗ ਠਗਾਈ ਦੇ ਵਿੱਚ ਆਓ। 25-30 ਹਜ਼ਾਰ ਰੁਪਏ ਪ੍ਰੋਸੈਸਿੰਗ ਫੀਸ ਆ, ਹੋਰ ਉਹਨਾਂ ਦੇ ਹਿਡਨ ਚਾਰਜਸ ਹੈਗੇ ਆ, ਉਹ ਆਪਣੇ ਲੈ ਕੇ ਬੱਚੇ ਨੂੰ ਉਹਨੂੰ ਉਸ ਚੀਜ਼ 'ਚ ਖਰਾਬ ਕਰਦੇ ਔਰ 1.5 ਤੋਂ 2 ਲੱਖ ਰੁਪਈਆ ਜਿਹੜਾ ਉਹਨਾਂ ਦਾ ਉਹ ਨੁਕਸਾਨ ਹੋ ਜਾਂਦਾ। ਸਾਰੀਆਂ ਫੀਸਾਂ ਵਾਪਸ ਆਉਣ ਤੱਕ ਲੈ ਕੇ ਜਾਣ ਤੱਕ ਸਾਰਾ ਕਟਈਆ ਹੋ ਜਾਂਦਾ ਉਹਨਾਂ ਦਾ, ਐਮਬੈਸੀ ਫੀਸ, ਮੈਡੀਕਲ। ਵੀਰ ਜੀ, ਕੀ ਕਹਿਣਾ ਚਾਹੋਗੇ ਕਿ ਤੁਸੀਂ ਉਹੀ ਫਾਈਲਸ ਲੈਂਦੇ ਹੋ ਜਿਹੜੀਆਂ ਤੁਹਾਨੂੰ ਡੈਡ ਸ਼ੋਰ ਹੁੰਦੀਆਂ ਔਰ ਉਹਦੇ 'ਚ ਤੁਸੀਂ ਆਪ ਇੰਟਰਵੀਨ ਕਰਦੇ ਹੋ, ਸਿੰਟੈਕਲੀ ਐਰਰ ਬਹੁਤ ਘੱਟ ਉਹਦੇ 'ਚ ਰਹਿਣ ਦੀ ਆਸ ਹੁੰਦੀ ਆ ਔਰ ਤਕਰੀਬਨ ਜਿਹੜੇ ਤੁਸੀਂ ਫਾਈਲਾਂ ਫੜਦੇ ਹੋ ਤਕਰੀਬਨ, ਕਿਉਂਕਿ ਵੀਜ਼ਾ ਤਾਂ ਐਮਬੈਸੀ ਨੇ ਦੇਣਾ, ਲੇਕਿਨ ਤੁਹਾਡੇ ਵੱਲੋਂ ਜਿਹੜਾ ਹੈਗਾ ਇੱਥੋਂ ਬਹੁਤ ਕ੍ਰਾਈਟੀਰੀਆ ਵਧੀਆ ਬਣਾਇਆ ਹੋਇਆ ਵੀ 2-3 ਵਾਰ ਉਹਨੂੰ ਇੰਟਰਵੀਨ ਕਰਕੇ ਉਹ ਫਾਈਲ ਲੱਗੂਗੀ ਔਰ ਤਕਰੀਬਨ ਜਿਹੜਾ ਹੈਗਾ ਰਿਜ਼ਲਟ ਕਾਫੀ ਤੁਹਾਡੇ ਜਿਹੜੇ ਪੁਆਇੰਟ ਪਾਉਂਦੇ ਆ। ਹਾਂਜੀ, ਇਹੀ ਕਾਰਨ ਹੈ ਕਿ ਮੈਂ ਜਿੰਨੀਆਂ ਵੀ ਪ੍ਰੋਫਾਈਲ ਜਿਹੜੀ ਵੀ ਮੈਂ ਪਿਕ ਕਰਦਾ
ਉਹ ਸਾਰਾ ਸਟਾਫ ਡਨ ਹੋਣ ਤੋਂ ਬਾਅਦ ਇੱਕ ਵਾਰੀ ਲਾਸਟ ਤੇ ਉਹਨੂੰ ਫਿਰ ਖੁਦ ਚੈੱਕ ਕਰਦੇ ਆ ਵੀ ਇਹਦੇ ਵਿੱਚ ਕੀ ਕਮੀ ਰਹਿ ਗਈ ਆ, ਕਿਉਂਕਿ ਜਿਹੜਾ EMPLOYE ਸੈਕਟਰ ਆ ਉਹ ਕੰਮ ਬਹੁਤ ਮਿਹਨਤ ਨਾਲ ਕਰਦਾ, ਪਰ ਫਿਰ ਵੀ ਉਹ ਡਿਊਟੀ ਹੁੰਦੀ ਉਹਨਾਂ ਦੀ 5 ਵਜੇ ਤੇ ਅਸੀਂ ਕਹਿ ਦਿੱਤਾ ਵੀ ਆਹ ਫਾਈਲ ਡਨ ਕਰਕੇ ਜਾਇਓ, 1 ਘੰਟੇ ਦੇ ਵਿੱਚ ਉਹਨਾਂ ਨੇ ਫਿਰ ਆਪਣੇ ਸਪੀਡ ਦੇ ਨਾਲ ਡਨ ਕਰ ਦਿੱਤੀ। ਉਹ ਜਿੱਥੇ ਕਿਤੇ ਗਲਤੀ ਰਹਿ ਜਾਂਦੀ ਆ ਉਹ EMPLOYE ਨਹੀਂ ਚੈੱਕ ਕਰ ਪਾਉਂਦਾ, ਉਹਦੀ ਮਜਬੂਰੀ ਹੁੰਦੀ ਆ ਕਿ ਅਸੀਂ ਕਿਹਾ ਆ ਵੀ 10 ਫਾਈਲਾਂ ਅੱਜ ਕਰਨੀਆਂ, ਕਿੱਦਾਂ ਚੈੱਕ ਕਰ ਲੂਗਾ? ਉੱਥੇ ਫਿਰ ਸਾਨੂੰ ਬੈਕਅਪ ਤੇ ਆਪ ਚੈੱਕ ਕਰਨਾ ਪੈਂਦਾ ਵੀ ਐਂਡ ਆਫ ਦਾ ਡੇ ਜਦੋਂ ਫਾਈਨਲ ਕਰਨਾ ਇੱਕ ਵਾਰੀ ਮੇਰੇ ਮੰਨ ਲਓ ਗੋ ਥਰੂ ਹੋ ਕੇ ਜਾਊਗੀ ਫਾਈਲ, ਤਾਂ ਉਹਦੇ ਨਾਲ ਹੀ ਰਿਜ਼ਲਟ ਜਿਹੜਾ ਪੋਜ਼ਿਟਿਵ ਆਉਂਦਾ। ਵੀਰ ਜੀ ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਔਰ ਹੁਣ ਅਸੀਂ ਦੇਖਾਂਗੇ ਆਈਲੈਟਸ ਦਾ ਸੈਂਟਰ ਵੀ ਤੁਹਾਡਾ, ਜਿੱਥੇ ਬੱਚੇ ਜਿਹੜੇ ਹੈਗੇ ਆ ਬੜੇ ਖੁਸ਼ੀ ਦੇ ਨਾਲ ਬੈਠੇ ਜਿਹੜਾ ਹੈਗਾ ਕਲਾਸਾਂ ਲੈ ਰਹੇ ਨੇ, ਟੀਚਰਸ ਪੜ੍ਹਾ ਰਹੇ ਨੇ ਔਰ ਓਵਰਆਲ ਡਿਵੈਲਪਮੈਂਟ ਕਰ ਰਹੇ। ਤੁਹਾਡਾ ਸਾਨੂੰ ਸਮਾਂ ਦੇਣ ਲਈ ਵੀਰ ਜੀ ਬਹੁਤ ਬਹੁਤ ਧੰਨਵਾਦ। ਓਕੇ, ਥੈਂਕ ਯੂ, ਧੰਨਵਾਦ ਤੁਹਾਡਾ ਵੀ। ਪੰਜਾਬ ਪਲੱਸ TV ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਸਾਡੇ ਇੱਥੇ ਵਿਜ਼ਿਟ ਕੀਤਾ। ਥੈਂਕ ਯੂ ਮੈਡਮ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। Thank you, sir. It's not really difficult. Like when we focus on our target, like you really want to achieve 6.5 or 7, then I think you can. And I know like there is a different environment, especially in Punjab. Like students are not familiar with the English language, so I think they have to just create that kind of environment. They can easily achieve good score, and like that environment will not make anyone special for them. Like they have to create their own, passion for that. We really want to achieve good score, and I think there's a great future in foreign countries, and if they really want to establish themselves, then I think they have to do some efforts for that. So it's not very tough target, so I think everyone can achieve good score. ਐਂਡ ਐਜ਼ ਫਾਰ ਐਜ਼ ਆਈਲੈਟਸ ਆਰ ਕੰਸਰਨ, ਜਿੱਦਾਂ ਉਹੀ ਟੈਂਸਿਸ ਉਹੀ ਚੀਜ਼ਾਂ ਉਹਨਾਂ ਨੂੰ ਤੁਸੀਂ ਬੱਚਿਆਂ ਨੂੰ ਜਦੋਂ ਉਹ ਟੈਂਸ ਜਿਹੜੇ ਉਹਨਾਂ ਨੇ ਕੀਤੇ ਹੁੰਦੇ ਆ ਉਹੀ ਚੀਜ਼ਾਂ ਨੂੰ ਹਿਲਾ ਜਲਾ ਦਿੰਦੇ ਆ, ਮਤਲਬ ਹਿਲਾ ਜਲਾ ਕੇ ਜੇ ਉਹਨਾਂ ਨੂੰ ਉੱਪਰ ਜੇ ਲੈ ਆਉਂਦੇ ਆ ਚੀਜ਼ਾਂ ਨੂੰ, ਕੀ ਕਹਿਣਾ ਚਾਹੋਗੇ? ਉਹੀ ਟੈਂਸ ਹੁੰਦੇ ਆ, ਉਹੀ ਦਾ ਦੀ ਹੈ, ਉਹੀ ਅਸੀਂ ਸਾਰੇ ਪੜ੍ਹੇ ਹੁੰਦੇ ਆ, ਲੇਕਿਨ ਉਹ ਚੀਜ਼ਾਂ ਸਾਨੂੰ ਮਤਲਬ ਕੋਈ ਇਸ ਤਰੀਕੇ ਦੇ ਨਾਲ ਮਤਲਬ ਨਹੀਂ ਕਰਾਉਂਦਾ ਗਾ ਕਿ ਜਿੱਦਾਂ ਤੁਸੀਂ ਕਰਾ ਦਿੰਦੇ ਹੋ, ਤੁਸੀਂ ਹਿਲਾਉਂਦੇ ਹੋ ਵੀ ਆਈ ਟੀਚਰਸ। Well, everything like what is in grammar, or if we talk about the tenses like present, past or future, we already know about that very well in our school time, but we don't really focus on that because we think like these are not really essential for us. But whenever you go for IELTS or whenever you really want to speak in English, and that time these things are very important for us. So what we do, we always tell them the main things like how you can make a sentence, like how you can speak in English very well. Like they have to just try. So whenever they try about that, they can easily make the lines, because English is not very tough actually. So what is the main problem is our grammar is really weak, so we have to just enhance our knowledge about grammar, so we can easily describe about that to the students and they can easily understand about that. So it's a different method, like how you can easily make them understand about that. So our all teachers are very well, they always make the student easily understand about everything. So I think this is a 50% efforts of the student and 50% of the teachers, and then I think they can easily speak or they can easily write in English language. ਸਰ, ਕੀ ਕਹਿਣਾ ਚਾਹੋਗੇ ਕਿ ਤੁਹਾਡਾ ਜਿਹੜਾ ਏਮ ਹੈ ਇੱਥੇ ਉਹ ਚਾਰੇ ਮੋਡਿਊਲਸ ਹੀ ਨਹੀਂ ਬਲਕਿ ਇਹਨਾਂ ਦਾ ਓਵਰਆਲ ਡਿਵੈਲਪਮੈਂਟ, ਇਹਨਾਂ ਦਾ ਪਰਸਨੈਲਿਟੀ ਡਿਵੈਲਪਮੈਂਟ, ਜਦੋਂ ਬੱਚੇ ਆਉਂਦੇ ਆ ਥੋੜ੍ਹਾ ਜਿਹਾ ਉਹਨਾਂ ਨੂੰ ਆਉਂਦਾ ਵੀ ਪਤਾ ਨਹੀਂ ਕਿੱਦਾਂ ਕਿਸ ਚੀਜ਼ 'ਚ ਅਸੀਂ ਕਿਸੇ ਚੀਜ਼ 'ਚ ਜਾ ਰਹੇ ਹਾਂ, ਲੇਕਿਨ ਜਿੱਦਾਂ ਇਹ ਫੈਮਿਲੀਅਰ ਹੁੰਦੇ ਆ ਇਹਨਾਂ ਚੀਜ਼ਾਂ ਦੇ ਨਾਲ, ਤੇ ਤੁਸੀਂ ਇਹਨਾਂ ਨੂੰ ਮਤਲਬ ਹਰ ਚੀਜ਼ ਦੇ ਵਿੱਚ ਕਰਦੇ ਹੋ। ਜਿੱਦਾਂ ਸਪੋਜ਼ ਕਰੋ ਕੋਈ ਚੀਜ਼ ਆਪਾਂ ਲਿਸਨਿੰਗ ਦੀ ਗੱਲ ਕਰ ਲਈਏ, ਆਪਾਂ ਲਰਨਿੰਗ ਦੀ ਗੱਲ ਕਰ ਲਈਏ, ਆਪਾਂ ਰਾਈਟਿੰਗ ਦੀ ਗੱਲ ਕਰ ਲਈਏ, ਹਰ ਚੀਜ਼ ਦੇ ਵਿੱਚ ਤੁਸੀਂ ਉਹੋ ਜਿਹੇ ਟੌਪਿਕ ਲੈਂਦੇ ਹੋ ਜਿਨ੍ਹਾਂ ਟੌਪਿਕਾਂ ਦੇ ਨਾਲ ਇਹਨਾਂ ਦੀ ਜਨਰਲ ਨੌਲੇਜ ਵੀ ਇਨਹਾਂਸ ਹੁੰਦੀ ਹੈ ਔਰ ਇਹਨਾਂ ਦਾ ਦਿਲ ਜਿਹਾ ਕਰਦਾ, ਖੁਸ਼ੀ ਜਿਹੀ ਹੁੰਦੀ ਹੈ। ਹਾਂਜੀ, ਕਿ ਜਿੰਨੇ ਵੀ ਸਬਜੈਕਟ ਆ, ਨੋ ਡਾਊਟ ਇਟਸ ਵੈਰੀ ਇੰਪੋਰਟੈਂਟ ਫॉर them to learn in a very grammatical errors or with everything that they're doing right now. Study is important, but ਜਿੰਨਾ ਚਿਰ ਤੁਹਾਡੇ ਕੋਲ ਜਨਰਲ ਨੌਲੇਜ ਹੈ ਨਹੀਂ, ਉਹ ਗ੍ਰਾਮਰ ਦਾ ਕੋਈ ਇੰਪੈਕਟ ਹੈ ਨਹੀਂ, ਕੁਛ ਉਹਦੀ ਵੈਲਿਊ ਹੈ ਨਹੀਂ, ਬਿਕਾਜ਼ ਜਿੰਨਾ ਚਿਰ ਅਸੀਂ ਨੌਲੇਜ ਨਹੀਂ ਗੇਨ ਕਰਾਂਗੇ ਸਾਡੇ ਕੋਲ ਪਤਾ ਹੀ ਨਹੀਂ ਸੈਂਟੈਂਸ ਕਿੱਥੇ ਵਰਤੂਗੇ ਅਸੀਂ। ਸੋ ਯੈਸ, ਮੇਰਾ ਆਲਵੇਜ਼ ਮੋਟਿਵ ਜਾਂ ਬਾਕੀ ਟੀਚਰਸ ਦਾ ਆਲਵੇਜ਼ ਇਹੀ ਮੋਟਿਵ ਰਹਿੰਦਾ ਹੈ ਕਿ ਜਨਰਲ ਆਈਡੀਆਜ਼, ਜਨਰਲ ਨੌਲੇਜ ਡੇਲੀ ਲਾਈਫ ਤੋਂ ਇਨਫਲੂਐਂਸ ਹੋ ਕੇ ਜੇ ਬੈਟਰ ਵੇ ਨਾ ਕਰੋਗੇ ਦੈਨ ਓਬਵੀਅਸਲੀ ਨੰਬਰ ਕਿਤੇ ਨਹੀਂ ਜਾਂਦੇ ਹੁੰਦੇ। ਆਈ ਆਲਵੇਜ਼ ਟੇਕ ਅ ਪਰਸੈਪਸ਼ਨ ਆਫ ਅ ਸਟੂਡੈਂਟ ਐਜ਼ ਮੈਂ ਵੀ ਕੀਤੀ ਹੈ, ਮੈਂ ਵੀ ਸਟੂਡੈਂਟ ਸੀ, ਸੋ ਮੈਂ ਉਸ ਵਿਊ ਪੁਆਇੰਟ ਦਾ ਮੈਨੂੰ ਹੁੰਦਾ ਕਿ ਮੈਂ ਇਹਨਾਂ ਨਿਆਣਿਆਂ ਨੂੰ ਪੜ੍ਹਾਵਾਂ। ਸੋ ਮੇਰੇ ਅਕੋਰਡਿੰਗ ਇੰਪੋਰਟੈਂਟ ਆ। ਕੀ ਕਹਿਣਾ ਚਾਹੋਗੇ ਕਿ ਅੱਜ ਦੇ ਜਿਹੜੇ ਇਹ ਬੱਚੇ ਨੇ ਉਹ
ਹਰ ਤਰ੍ਹਾਂ ਦੇ ਆਨਲਾਈਨ ਮੀਡੀਆ ਦੇ ਨਾਲ ਅਟੈਚ ਆ ਔਰ ਇਹ ਵੀ ਤੁਹਾਨੂੰ ਸਿਖਾ ਜਾਂਦੇ ਆ। ਮਤਲਬ ਇਹ ਨਹੀਂ ਹੈ ਕਿ ਜੋ ਤੁਸੀਂ ਇਹ ਪੜ੍ਹਾਉਂਦੇ ਆ ਤੁਸੀਂ ਇਹਨਾਂ ਦੀ ਨੌਲੇਜ ਹੀ ਇੰਨੀ ਜ਼ਿਆਦਾ ਹੁੰਦੀ ਹੈ, ਇਹਨਾਂ ਕੋਲ ਇੰਨੀ ਵਧੀਆ ਮਤਲਬ ਵੋਕੈਬਲਰੀ ਹੁੰਦੀ ਹੈ, ਇੰਨੀ ਵਧੀਆ ਚੀਜ਼ਾਂ ਇਹਨਾਂ ਦੇ ਮਾਈਂਡ 'ਚ ਹੁੰਦੀਆਂ ਕਿ ਜਿਹੜੀਆਂ ਤੁਹਾਡੀ ਨੌਲੇਜ ਨੂੰ ਵੀ ਜ਼ਿਆਦਾ ਇਨਹਾਂਸ ਕਰੇ। Hanji, they have lots of knowledge. Like sometimes they just make me astonished about the things, but the thing is that they don't use it in a better way. We all have lots of knowledge, you know. We don't know how to use it in a proper way because we are here for that. So we make that knowledge to turn into a very beautiful arrow and just make their future brighter than what they are doing right now in the present. So that is what I think. So yes, I always encourage them to use their own ideas rather than just reading the books and things, as social media influence them a lot. Most of the people are always thinking that using mobile phone is a wastage of time, but it's not actually. As I am also 20 years old, and from that point of view, I don't think so mobile phone is bad, because how much we use it and the limits that we have. If we cross our limit, then it's bad, but before that it's not at all that bad. ਮੈਡਮ ਯੂ ਆਰ ਵਨ ਆਫ ਦੀ ਟੀਚਰਸ, ਔਰ ਜਿਸ ਤਰੀਕੇ ਨਾਲ ਤੁਸੀਂ ਬੱਚਿਆਂ ਦੇ ਨਾਲ ਡੀਲ ਕਰ ਰਹੇ ਸੀਗੇ, ਬੱਚੇ ਤੁਹਾਨੂੰ ਮਤਲਬ ਦੇਖ ਕੇ ਬੜੇ ਖੁਸ਼ ਹੋਏ ਬੱਚੇ, ਔਰ ਇੱਕ ਫਰੈਂਡਲੀ ਜਿਹੜਾ ਹੈਗਾ ਇੱਕ ਐਟਮੋਸਫੀਅਰ ਇੱਥੇ ਹੈਗਾ, ਕੀ ਕਹਿਣਾ ਚਾਹੋਗੇ? ਕਿ ਆਇਲਸ ਮੋਡਿਊਲ ਇੱਕ ਇਸ ਤਰ੍ਹਾਂ ਦੇ ਮਤਲਬ ਇਸ ਚੀਜ਼ ਹੈ, ਇਹ ਕੋਈ ਐਕੈਡੈਮਿਕ ਸਟੱਡੀ ਨਹੀਂ ਹੈਗੀ ਜਿਵੇਂ BA ਨੂੰ ਲਗਾ ਲੈਂਦੇ ਆਪਾਂ, ਕੋਈ ਡਿਗਰੀ ਹੈ। ਆਇਲਸ ਵਿੱਚ ਯੂ ਹੈਵ ਟੂ ਬੀ ਲਾਈਟ ਐਂਡ ਯੂ ਹੈਵ ਟੂ ਬੀ ਪੋਲਾਈਟ ਵਿਦ ਯੂਰ ਸਟੂਡੈਂਟਸ, ਕਿਉਂਕਿ ਜਿੰਨਾ ਬੱਚਾ ਲਾਈਟ ਹੋਏਗਾ, ਜਿੰਨਾ ਉਹ 'ਤੇ ਪ੍ਰੈਸ਼ਰ ਘੱਟ ਹੋਏਗਾ, ਉਨਾ ਹੀ ਉਹਦੇ ਬੈਂਡ ਸਕੋਰ ਇਨਕਰੀਜ਼ ਹੋਣਗੇ। ਸੋ ਇਹ ਕੋਈ BA ਵਗੈਰਾ ਨਹੀਂ ਹੈਗੀ ਕਿ ਅਸੀਂ ਪੂਰਾ ਬਿਲਕੁਲ ਥਿਓਰੀਕਲ ਪ੍ਰੈਸ਼ਰ ਪਾਈ ਜਾਈਏ ਬੱਚਿਆਂ 'ਤੇ, ਠੀਕ ਹੈ। ਸੋ ਇਹਦੇ ਵਿੱਚ ਅਸੀਂ ਕੀ ਹੁੰਦਾ ਹੈਗਾ, ਬੱਚਿਆਂ ਨੂੰ ਬਿਲਕੁਲ ਫਰੈਂਡਲੀ ਤਰੀਕੇ ਨਾਲ ਰੱਖਦੇ ਹੈਗੇ ਆ ਤਾਂ ਕਿ ਸਾਡੇ ਵਿੱਚ ਇੱਕ ਪ੍ਰੋਕਸੀਮਿਟੀ ਆ ਸਕੇ ਅਤੇ ਬੱਚੇ ਬਿਨਾਂ ਕਿਸੇ ਹੈਜ਼ੀਟੇਸ਼ਨ ਤੋਂ ਸਾਡੇ ਨਾਲ ਕੋਈ ਵੀ ਉਹਨਾਂ ਦੀ ਅਗਰ ਪ੍ਰੋਬਲਮ ਹੈ, ਕੋਈ ਪ੍ਰੈਸ਼ਰ ਫੀਲ ਕਰ ਰਹੇ ਆ ਤਾਂ ਸਾਡੇ ਨਾਲ ਸ਼ੇਅਰ ਕਰ ਸਕਣ। ਅਤੇ ਉਹੀ ਇੱਕ ਸਾਡਾ ਇੱਕ ਪਲੱਸ ਪੁਆਇੰਟ ਹੈਗਾ ਕਿ ਬੱਚੇ ਇੱਥੇ ਇੱਕ ਟਰਾਂਸਪੇਰੈਂਸੀ ਹੈ ਟੀਚਰ ਦੇ ਬੱਚਿਆਂ ਦੇ ਵਿੱਚ ਕਿ ਉਹ ਹਰ ਕੋਈ ਪੁਆਇੰਟ ਆਪਣਾ ਸ਼ੇਅਰ ਕਰਦੇ ਨੇ। ਅਗਰ ਕੋਈ ਉਹਨਾਂ ਨੂੰ ਪਰਸਨਲ ਪ੍ਰੋਬਲਮ ਵੀ ਆ ਰਹੀ ਹੈ, ਸਾਡੇ ਨਾਲ ਸ਼ੇਅਰ ਕਰਦੇ ਨੇ। ਉਸ ਨਾਲ ਕੀ ਹੁੰਦਾ ਹੈਗਾ ਕਿ ਅਸੀਂ ਉਹਨਾਂ ਦੀ ਪੂਰੀ ਤਰ੍ਹਾਂ ਉਹਨਾਂ ਨੂੰ ਕੋਸ਼ਿਸ਼ ਕਰਦੇ ਕਿ ਓਵਰਕਮ ਕਰ ਸਕਣ, ਅਤੇ ਨਾਲ ਉਸ ਦੇ ਨਾਲ ਫਿਰ ਉਹਨਾਂ ਦੇ ਐਕੈਡੈਮਿਕ ਜਿਹੜੇ ਸਕੋਰ ਹੁੰਦੇ ਨੇ ਉਹ ਇਨਕਰੀਜ਼ ਹੁੰਦੇ ਨੇ। ਸੋ ਅਗਰ ਬੱਚਿਆਂ ਨਾਲ ਅਗਰ ਆਪਾਂ ਇੱਕ ਪ੍ਰੋਕਸੀਮਿਟੀ ਬਣਾ ਕੇ ਰੱਖ ਰਹੇ ਹਾਂ, ਸੋ ਇਟਸ ਅ ਗੁੱਡ ਥਿੰਗ। ਮੈਡਮ ਜਿੱਦਾਂ ਇੱਥੋਂ ਦੇ ਡਾਇਰੈਕਟਰ ਨੇ ਜਿਹੜੇ, ਉਹ ਬੜੇ ਕੰਪਲੀਮੈਂਟਰੀ ਨੇ। ਉਹਨਾਂ ਦਾ ਮਾਈਂਡ ਹੈ ਕਿ ਮੈਂ ਬੱਚਿਆਂ ਦਾ, ਜਿਨ੍ਹਾਂ ਨੇ ਬੜੀ ਔਖੀ ਉਹਨਾਂ ਦੇ ਮਾਪਿਆਂ ਦੀ ਕਮਾਈ ਹੈਗੀ ਆ, ਬਹੁਤ ਔਖੇ ਉਹਨਾਂ ਦੇ ਪੈਸੇ ਬਣਦੇ ਹੈਗੇ ਆ, ਉਹਨਾਂ ਪੈਸਿਆਂ ਦਾ ਅਸੀਂ ਮੁੱਲ ਦੇਣਾ ਹੈਗਾ। ਔਰ ਉਹ ਤੁਹਾਨੂੰ ਹਮੇਸ਼ਾ ਗਾਈਡ ਕਰਦੇ ਆ ਕਿ ਆਪਾਂ ਜੋ ਬੱਚਾ ਆਪਣੇ ਪ੍ਰਮਿਸਿਸ 'ਚ ਆ ਗਿਆ, ਉਹਨੂੰ ਆਪਾਂ ਕੋਈ ਨਾ ਕੋਈ ਚੀਜ਼ ਦੇ ਕੇ ਭੇਜਣਾ, ਉਹਨੂੰ ਵਧੀਆ ਬੈਂਡ ਸਕੋਰ ਆਉਣ, ਉਹਨਾਂ ਦਾ ਮਾਈਂਡ ਸੈਟਅਪ, ਉਹਨਾਂ ਦਾ ਚਲੋ ਬੈਂਡ ਸਕੋਰ ਨਹੀਂ ਆਉਣ ਲੇਕਿਨ ਉਹਨਾਂ ਦਾ ਮਾਈਂਡ ਸੈਟਅਪ ਐਸਾ ਹੋ ਜਾਏ, ਪਰਸਨੈਲਿਟੀ ਡਿਵੈਲਪਮੈਂਟ ਇੰਨੀ ਹੋ ਜਾਏ, ਕਿਸੇ ਵੀ ਡਿਪਾਰਟਮੈਂਟ 'ਚ ਉਹ ਕੱਲ੍ਹ ਜਾ ਕੇ ਨੌਕਰੀ ਕਰ ਸਕਣ, ਉਹਨਾਂ ਦੇ 'ਚ ਇੰਨਾ ਕੁ ਕੌਨਫੀਡੈਂਸ ਆ ਜਾਏ, ਸੈਲਫ ਕੌਨਫੀਡੈਂਸ ਆ ਜਾਏ, ਜਿਹਦੇ ਨਾਲ ਉਹਨਾਂ 'ਚ ਆਪਣੇ ਆਪ ਦੇ ਵਿੱਚ ਇੱਕ ਹੌਸਲਾ ਜਿਹਾ ਬਣ ਜਾਏ। ਹਾਂਜੀ ਬਿਲਕੁਲ। ਅਗਰ ਬੈਂਡ ਜਿਹੜੇ ਨਹੀਂ ਆਉਂਦੇ ਬੱਚਿਆਂ ਦੇ, ਉਹ ਸਮਹਾਓ ਉਹਨਾਂ ਦਾ ਕਿਤੇ, ਕਿਉਂਕਿ ਐਟ ਦੀ ਐਂਡ ਅਸੀਂ ਅਗਰ ਬੱਚਾ ਸਾਡੇ ਕੋਲ ਫਸਟ ਡੇ 'ਤੇ ਐਨਰੋਲਮੈਂਟ ਕਰਾਉਣ ਆਉਂਦਾ ਆ, ਅਸੀਂ ਉਹਨਾਂ ਨੂੰ ਕਹੀਦਾ ਹੈਗਾ ਕਿ 50% ਅਸੀਂ ਤੁਹਾਨੂੰ ਐਫਰਟ ਦੇਵਾਂਗੇ, ਬਟ 50% ਤੁਹਾਨੂੰ ਐਟ ਦੀ ਐਂਡ ਆਪਣਾ ਹੀ ਕਰਨਾ ਪਏਗਾ, ਕਿਉਂਕਿ ਅਕੈਡਮਿਕ ਸਿਰਫ ਮਟੀਰੀਅਲ ਪ੍ਰੋਵਾਈਡ ਕਰਵਾ ਸਕਦੀਆਂ ਆ, ਐਟਮੋਸਫੀਅਰ ਦੇ ਸਕਦੇ ਹੈਗੇ ਆ। ਦ ਥਿੰਗ ਇਜ਼ ਕਿ ਬੱਚਿਆਂ ਨੂੰ ਐਟ ਦੀ ਐਂਡ ਖੁਦ ਹੀ ਪੜ੍ਹਨਾ ਪਏਗਾ, ਕਿਉਂਕਿ ਆਇਲਸ ਇੱਕ ਅਜਿਹੀ ਚੀਜ਼ ਹੈ। ਸੋ ਇਸ ਕਰਕੇ ਉਹਨਾਂ ਜਦੋਂ ਬੈਂਡ ਸਕੋਰ ਅਗਰ ਘੱਟਦੇ ਵੀ ਹੈਗੇ ਆ, ਅਗਰ ਬੱਚਾ ਬੈਂਡ ਸਕੋਰ ਨਹੀਂ ਆ ਰਿਹਾ, ਉਹਨਾਂ ਦਾ ਇੱਕ ਚੀਜ਼ ਜ਼ਰੂਰ ਸਿੱਖਦਾ ਹੈਗਾ, ਕੌਨਫੀਡੈਂਸ ਐਂਡ ਪਰਸਨੈਲਿਟੀ ਬੇਸ਼ੱਕ ਡਿਵੈਲਪ ਹੁੰਦੀ ਹੈ ਬਹੁਤ ਜ਼ਿਆਦਾ, ਕਿਉਂਕਿ ਡੇਲੀ ਕੁਛ ਨਾ ਕੁਛ ਉਹ ਚੀਜ਼ ਪੋਲਿਸ਼ ਹੁੰਦੀ ਹੈ ਉਹਨਾਂ ਵਿੱਚ। ਅਗਰ ਕੋਈ ਬੱਚਾ ਕੋਈ ਅੱਜ ਗਲਤੀ ਕਰ ਰਿਹਾ ਆ, ਕੱਲ੍ਹ ਉਸ ਚੀਜ਼ ਨੂੰ ਬਿਲਕੁਲ ਸਹੀ ਤਰੀਕੇ ਨਾਲ ਕਰੇਗਾ, ਉਹਦੇ ਨਾਲ ਇੱਕ ਪੋਲਿਸ਼ਨੈਸ ਉਹਨਾਂ ਦੀ ਪਰਸਨੈਲਿਟੀ ਵਿੱਚ ਆਉਂਦੀ ਹੈ, ਤਾਂ ਅੱਗੇ ਜਾ ਕੇ ਉਹ ਕਿਸੇ ਵੀ ਅਗਰ ਫੀਲਡ ਵਿੱਚ ਜਾਂਦਾ ਹੈਗਾ ਆ, ਈਜ਼ੀਲੀ ਮਤਲਬ ਕਿ ਉਸ ਦੇ ਮਾਹੌਲ ਨੂੰ ਪੂਰੀ ਤਰ੍ਹਾਂ ਅਪਟਾਈਨ ਕਰ ਲੈਂਦਾ ਹੈਗਾ। ਬਟ ਹਾਊ ਫੀਲਿੰਗ ਹੈ? The environment is really amazing in here, ਤੇ ਜੇ ਕੋਈ ਵੀ ਪ੍ਰੋਬਲਮ ਹੋਵੇ ਤਾਂ ਟੀਚਰਸ ਤੋਂ ਪੁੱਛ ਸਕਦੇ ਹਾਂ। ਜੇ ਕਿਸੇ ਵੀ ਮੋਡਿਊਲ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਸਪੈਸ਼ਲ ਐਕਸਟਰਾ ਕਲਾਸਿਸ ਵੀ ਪ੍ਰੋਵਾਈਡ ਕਰ ਦਿੰਦੇ ਆ। ਔਰ ਟੀਚਰਸ ਜਿਹੜੇ ਹੈਗੇ ਆ, ਉਹ ਇਹ ਨਹੀਂ ਹੈ ਕਿ ਉਹ ਆਪਣੇ ਲੈਕਚਰ ਲਗਾਉਂਦੇ ਨੇ, ਇੰਗਲਿਸ਼ ਬੋਲ ਕੇ ਚਲੇ ਜਾਂਦੇ ਨੇ, ਉਹ ਬਹੁਤ ਗ੍ਰਿਪ ਕਰਦੇ ਨੇ ਤੁਹਾਨੂੰ, ਚਾਹੇ ਉਹ ਹਿੰਦੀ ਆ ਪੰਜਾਬੀ, ਮਤਲਬ ਤੁਹਾਨੂੰ ਉਸ ਤਰੀਕੇ ਨਾਲ ਪੜ੍ਹਾਉਂਦੇ ਨੇ ਜਿਹਦੇ 'ਚ ਮਤਲਬ ਤੁਹਾਨੂੰ ਹਰ ਚੀਜ਼ ਜਿਹੜੀ ਹੈਗੀ ਉਹ ਕਲੈਰਿਟੀ ਹੁੰਦੀ ਉਹਦੀ। ਹਾਂਜੀ, ਹਰੇਕ ਚੀਜ਼ ਦੀ ਸਪੈਸ਼ਲ, ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਸਪੈਸ਼ਲੀ ਪੁੱਛ ਵੀ ਸਕਦੇ ਆ। ਇੱਦਾਂ ਨਹੀਂ ਹੈਗਾ ਕਿ 4 ਮੋਡਿਊਲ ਆ ਤਾਂ ਪਹਿਲਾਂ ਸਾਰੇ ਕਰਵਾ ਕੇ ਫਿਰ ਹੀ ਬਾਅਦ ਵਿੱਚ ਹੀ ਡਾਊਟ ਪੁੱਛਣਾ ਆ। ਜਿੱਦਾਂ ਰੀਡਿੰਗ ਵਿੱਚ ਕੋਈ ਸਪੈਸ਼ਲੀ ਡਾਊਟ ਆ ਜਾਵੇ, ਉਸੇ ਟਾਈਮ ਵੀ ਪੁੱਛ ਸਕਦੇ ਆ, ਵੇਟ ਨਹੀਂ ਕਰਨੀ ਪੈਂਦੀ ਸਪੈਸ਼ਲੀ ਕਿਸੇ ਚੀਜ਼ ਲਈ। ਮੇਰਾ ਐਕਸਪੀਰੀਅੰਸ ਇੱਥੋਂ ਦਾ ਬਹੁਤ ਬਲਿਸਫੁਲ ਸੀ। ਐਂਡ ਤੁਹਾਨੂੰ ਕੀ ਲੱਗਦਾ ਜਦੋਂ ਆਪਾਂ ਦੇਖਦੇ ਹਾਂ ਫੋਟੋਆਂ ਲੱਗੀਆਂ ਬਾਹਰ, ਕਿਸੇ ਦੇ 7.5 ਬੈਂਡ, ਕਿਸੇ ਦੇ 8 ਬੈਂਡ, ਕਿਸੇ ਦੇ 7 ਬੈਂਡ, ਤੇ ਲੱਗਦਾ ਵੀ ਉੱਥੇ ਫੋਟੋ ਸਾਡੀ ਵੀ ਲੱਗੂਗੀ? ਲੱਗਦਾ ਆ, ਕਿਉਂਕਿ
ਅਸੀਂ ਵੀ ਬਹੁਤ ਸਾਰੇ ਐਫਰਟਸ ਕਰਦੇ ਹਾਂ ਆਪਣੇ ਡਿਜ਼ਾਇਰਸ ਨੂੰ ਪੂਰਾ ਕਰਨ ਲਈ ਐਂਡ ਜਦੋਂ ਅਸੀਂ ਅਕੈਡਮੀ ਜੁਆਇਨ ਕਰਦੇ ਹਾਂ ਉਦੋਂ ਅਸੀਂ ਵੀ ਬਹੁਤ ਸਾਰਾ ਹਾਰਡ ਵਰਕ ਤੇ ਐਫਰਟ ਕਰਦੇ ਹਾਂ ਐਂਡ ਅਸੀਂ ਵੀ ਆਪਣੇ ਡ੍ਰੀਮਸ ਨੂੰ ਪੂਰੇ ਕਰ ਸਕਦੇ ਹਾਂ ਆਈ ਥਿੰਕ। ਕਹਿਣਾ ਚਾਹੋਗੇ ਕਿ ਵਰਲਡ ਕਲਾਸ ਫੈਕਲਟੀ ਇਹਨਾਂ ਕੋਲ ਹੈਗੀ ਆ, ਜਿਸ ਤਰੀਕੇ ਦੇ ਟੀਚਰਸ ਨੇ ਔਰ ਜਿੰਨਾ ਉਹਨਾਂ ਦੇ ਮਾਈਂਡ ਦੇ ਵਿੱਚ ਹੈ ਕਿ ਅਸੀਂ ਇਹਨਾਂ ਬੱਚਿਆਂ ਨੂੰ ਬੈਂਡ ਦਵਾ ਕੇ ਤੋਰਨਾ, ਕੀ ਕਹਿਣਾ ਚਾਹੋਗੇ? ਬਿਲਕੁਲ ਸਹੀ ਹੈ। ਇੱਧਰ ਦੇ ਇੱਥੇ ਦੇ ਜਿਹੜੇ ਟੀਚਰਸ ਆ ਬਹੁਤ ਕੋਆਪਰੇਟਿਵ ਆ, ਆਲਵੇਜ਼ ਮਤਲਬ ਕਿ ਜਿੰਨੀਆਂ ਵੀ ਆਪਾਂ ਨੂੰ ਮਤਲਬ ਡਾਊਟਸ ਵਗੈਰਾ ਹੁੰਦੇ ਆ ਸਾਰੇ ਕਲੀਅਰ ਕਰਦੇ ਆ ਅਤੇ ਹਮੇਸ਼ਾ ਹੀ ਮਤਲਬ ਵਧੀਆ ਤਰੀਕੇ ਨਾਲ ਇੰਨੇ ਪੋਲਾਈਟ ਵੇ ਦੇ ਨਾਲ ਗੱਲਬਾਤ ਕਰਦੇ ਆ ਸਟੂਡੈਂਟਸ ਦੇ ਨਾਲ, ਅਤੇ ਸਟੂਡੈਂਟਸ ਬਿਲਕੁਲ ਹੈਜ਼ੀਟੇਟ ਨਹੀਂ ਹੁੰਦੇ ਉਹਨਾਂ ਤੋਂ ਕੁਛ ਵੀ ਪੁੱਛਣ ਲਈ। ਬਹੁਤ ਵਧੀਆ ਆ, ਟੀਚਰਸ ਬਹੁਤ ਫਰੈਂਡਲੀ ਆ ਇੱਥੇ। ਔਰ ਲੱਗਦਾ ਕਿ ਜਦੋਂ ਪਹਿਲਾਂ ਆਏ ਸੀਗੇ ਇੱਥੇ ਉਦੋਂ ਸਾਡੀ ਪਰਸਨੈਲਿਟੀ ਦੇ ਵਿੱਚ ਔਰ ਹੁਣ 'ਚ ਪਰਸਨੈਲਿਟੀ ਇਨਹਾਂਸ ਹੋ ਰਹੀ ਹੈ, ਸਾਨੂੰ ਲੱਗ ਰਿਹਾ ਕਿ ਸਾਡੇ 'ਚ ਜਾਨ ਜੀ ਆ ਗਈ ਹੈ, ਜਿਵੇਂ ਜਦੋਂ ਇੰਗਲਿਸ਼ ਆ ਰਹੀ ਹੈ ਤੇ ਇੱਕ એનર્ਜੀ ਦੇ ਲੈਵਲ ਅੱਖਾਂ 'ਚ ਹੀ ਵਧੇ। ਹਾਂਜੀ ਲੱਗਦਾ। ਬੇਟਾ ਕਿੱਦਾਂ ਮਹਿਸੂਸ ਕਰਦੇ ਹੋ? ਹਾਂਜੀ ਬਹੁਤ ਵਧੀਆ ਲੱਗ ਰਿਹਾ ਸਰ। ਕਿਹੜੀ ਜਗ੍ਹਾ ਤੋਂ ਆ ਰਿਹਾ ਬੇਟਾ? ਕੰਗ ਸਾਹਿਬ ਰਾਏ ਮੱਲੀਆਂ ਕਲਾਂ ਤੋਂ। ਔਰ ਲੱਗਦਾ ਕਿ ਹੁਣ ਜਿਵੇਂ ਪਹਿਲਾਂ ਇੱਕ ਹੁਆ ਜਿਹਾ ਸੀਗਾ ਆਈਲੈਟਸ ਦਾ, ਹੁਣ ਹੌਲੀ ਹੌਲੀ ਇਹ ਇਨਕਰੀਜ਼ ਮਤਲਬ ਮਜ਼ੇਦਾਰ ਜਿਹਾ ਬਣ ਗਿਆ। ਹਾਂਜੀ ਸਰ, ਮੇਨਲੀ ਮੈਂ ਆਪਣੀ ਕਮਿਊਨੀਕੇਸ਼ਨ ਸਕਿੱਲਸ ਇੰਪਰੂਵ ਕਰਨ ਦੇ ਲਈ ਆਈ ਹਾਂ ਕਿ ਅੱਗੇ ਜਾ ਕੇ ਕਿਸੇ ਵੀ ਫੀਲਡ ਦੇ ਵਿੱਚ ਵਧੀਆ ਜੌਬ ਕਰਨੀ ਹੋਵੇ ਤਾਂ ਆਪਾਂ ਕਰ ਸਕਦੇ, ਜ਼ਰੂਰੀ ਨਹੀਂ ਕਿ ਬਾਹਰ ਹੀ ਜਾ ਕੇ ਕਰਨਾ। ਲੱਗਦਾ ਵੀ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਸਾਡੇ ਟੀਚਰਸ ਇੰਨੇ ਮਤਲਬ ਉਹਨਾਂ ਦੀ ਸਕਿੱਲਸ ਇੰਨੀਆਂ ਜ਼ਿਆਦਾ। ਹਾਂਜੀ ਟੀਚਰਸ ਬਹੁਤ ਵਧੀਆ ਹੈ। ਸਰ ਬਹੁਤ ਚੰਗਾ ਮਹਿਸੂਸ ਕਰ ਰਹੇ ਹਾਂ। ਮੈਂ ਸਪੈਸ਼ਲੀ ਸਰ ਰਾਜਸਥਾਨ ਤੋਂ ਹਾਂ, ਤੇ ਰਾਜਸਥਾਨ ਤੋਂ ਮੈਂ ਇੱਧਰ ਵਿਜ਼ਿਟ ਕੀਤਾ ਸੀ ਕਿਉਂਕਿ ਸਾਡੇ ਉੱਥੇ ਕਰੇਜ਼ ਨਹੀਂ ਇੰਨਾ ਹੈਗਾ, ਅਤੇ ਇੱਥੇ ਬੜੇ ਚੰਗੇ ਮਤਲਬ ਟੀਚਰਸ ਨੇ, ਬੜਾ ਵਧੀਆ ਸਟਾਫ ਹੈ। ਕੋਈ ਮਤਲਬ ਪ੍ਰੋਬਲਮ ਹੁੰਦੀ ਹੈ ਆਪਾਂ ਨੂੰ ਅਤੇ ਆਵਾ ਕਿ ਆਪਾਂ ਪੁੱਛਦੇ ਹਾਂ ਅਤੇ ਕਲੀਅਰ ਕਰਦੇ ਆ ਗੱਲ ਨੂੰ, ਅਤੇ ਵਧੀਆ ਹੈਗੇ। ਲੱਗਦਾ ਕਿ ਜਿਹੜਾ ਅਸੀਂ ਡਿਸੀਜਨ ਲਿੱਤਾ ਵੀ ਅਸੀਂ ਇੰਡੀਅਨ ਇੰਸਟੀਟਿਊਸ਼ਨ ਛੱਡ ਕੇ ਰਾਜਸਥਾਨ ਤੋਂ ਫਲਾਈ ਕਰਕੇ ਆਏ, ਰਾਸਤੇ 'ਚ ਕਿੰਨੀਆਂ ਚੀਜ਼ਾਂ ਆਉਂਦੀਆਂ, ਬਠਿੰਡਾ ਆ ਗਿਆ, ਹੋਰ ਆ ਗਿਆ, ਹੋਰ ਮਤਲਬ ਜਿਹੜੇ ਸ਼ਹਿਰ ਆ ਗਏ, ਲੱਗਦਾ ਵੀ ਉਹ ਮੇਰੀ ਜਿਹੜੀ ਚੂਜ਼ਿੰਗ ਹੈਗੀ ਉਹ ਸਹੀ ਹੈ? ਸਰ ਫਸਟ ਤੇ ਆ ਕਿ ਸਟੂਡੈਂਟ 'ਤੇ ਡਿਪੈਂਡ ਆ ਨਾ, ਸਟੂਡੈਂਟ ਕੀ ਕਰਦਾ ਵਾ। ਬਾਕੀ ਇੱਥੇ ਟੀਚਿੰਗ ਵਧੀਆ ਵਾ ਅਤੇ ਵਧੀਆ ਟੀਚਰਸ ਨੇ। ਬੇਟਾ ਪਹਿਲੇ ਨਾਲੋਂ ਹੁਣ ਕਿੰਨਾ ਫਰਕ ਲੱਗ ਰਿਹਾ ਆਪਣਾ? ਸਰ ਹਲੇ ਮੇਰਾ ਨਿਊ ਐਕਸਪੈਰੀਮੈਂਟ ਆ, ਹੁਣੇ ਆਇਆ ਹੀ ਹਾਂ ਮੈਂ, ਜਸਟ 4 ਡੇਜ਼ ਹੀ ਹੋਏ ਨੇ ਮੈਨੂੰ। 4 ਡੇਜ਼ ਦੇ ਵਿੱਚ ਹੀ ਥੋੜ੍ਹਾ ਜਿਹਾ ਲੱਗ ਰਿਹਾ ਵੀ ਹੈ ਸਰ ਪਹਿਲਾਂ ਡਰ ਜਿਹਾ ਸੀ ਕਿ ਮਤਲਬ ਆਈਲੈਟਸ ਕੀ ਹੁੰਦੀ ਆ, ਕਿਵੇਂ ਹੁੰਦੀ ਆ, ਅਤੇ ਇੰਨਾ ਕਿਹਾ ਕਿ ਸਰ ਬਹੁਤ ਵਧੀਆ ਸਮਝਾਉਂਦੇ ਨੇ ਸਟੂਡੈਂਟਸ ਨੂੰ, ਅਤੇ ਵਧੀਆ ਹੁਣ ਐਂ ਵਾ ਕਿ ਕੁਛ ਵੀ ਆਪਾਂ ਕਰ ਸਕਦੇ, ਇੰਨੀ ਕੋਈ ਟਫ ਨਹੀਂ ਹੈਗੀ। ਬੇਟਾ ਕਿੱਦਾਂ ਲੱਗਦਾ ਅੱਗੇ ਜਾ ਕੇ ਨੇੜੇ? ਹਾਂਜੀ ਫਿਲਹਾਲ ਤਾਂ ਇਹ ਹਜੇ ਔਨ ਦੀ ਵੇ ਆ, ਬਟ ਦੇਖੋ ਬਾਕੀ ਰੱਬ ਦੀ ਮਿਹਰ ਆ, ਦੇਖੋ ਕਦੋਂ ਨੰਬਰ ਲੱਗਦਾ ਸਾਡਾ, ਬਟ ਆਪਣੇ ਐਫਰਟਸ ਫੁੱਲੀ ਆ, ਦੇਖੋ ਬਾਕੀ ਖਾਂਦੇ ਆ ਵੀ ਇਹਦੇ ਆ ਗਏ ਸਟੱਡੀ ਵੀਜ਼ਾ ਆ ਗਿਆ, ਹੋਰ ਆ ਗਿਆ, ਫਿਰ ਲੱਗਦਾ ਉਦੋਂ ਵੀ ਬਾਹਾਂ ਚੱਲਦੀ ਖਾਤੀ ਵੀ ਹਾਂ ਕਿਆ। ਹਾਂਜੀ ਵੀ ਉਹ ਜਿੱਦਾਂ ਕਹਿੰਦੇ ਨਾ ਖੂਨ ਜਿਹਾ ਖੋਲਦਾ ਫਿਰ ਯਾਰ ਸਾਡਾ ਕਦੋਂ ਨਹੀਂ ਲੱਗਦਾ, ਅਤੇ ਬਟ ਆਪਣੇ ਐਫਰਟਸ ਜਾਰੀ ਆ, ਦੇਖੋ ਹੁਣ ਕੀ ਹੁੰਦਾ, ਬਟ ਦੇਖਦੇ ਹਾਂ ਹੁਣ। ਮੈਂ ਜੀ ਕੈਨੇਡਾ ਜਾਣ ਦੀ ਸੋਚਦਾ। ਪਹਿਲਾਂ ਵੀ ਗਿਆ ਵੇ? ਹਾਂਜੀ ਬ੍ਰਦਰ ਗਿਆ ਪਹਿਲਾਂ। ਲੱਗਦਾ ਕਿ ਅਸੀਂ ਵੀ ਉੱਥੇ ਪਹੁੰਚ ਜਾਵਾਂਗੇ ਜਿਸ ਤਰੀਕੇ ਨਾਲ ਇੰਸਟੀਟਿਊਸ਼ਨ ਨੂੰ ਕਰਾ ਰਹੀ ਹੈ ਤਿਆਰ? ਹਾਂਜੀ ਪਹਿਲਾਂ ਤਾਂ ਡਰ ਜਿਹਾ ਲੱਗਦਾ ਸੀਗਾ, ਪਰ ਹੁਣ ਮੈਨੂੰ 2 ਵੀਕਾਂ ਹੀ ਹੋਈਆਂ ਹਜੇ ਲੱਗੀ ਨੂੰ, ਪਰ ਫਿਰ ਵੀ ਕੌਨਫੀਡੈਂਸ ਜਿਹਾ ਮਤਲਬ ਆ ਗਿਆ ਵੀ ਕਰ ਸਕਦੇ ਹਾਂ। ਪਰ ਘਰ ਜਾ ਕੇ ਵੀ ਤੁਸੀਂ ਥੋੜ੍ਹਾ ਜਿਹਾ ਨਾਲ ਅਟੈਚ ਹੁੰਦੇ ਹੋ ਔਰ ਸਾਰੀ ਚੀਜ਼ਾਂ ਜਿੱਦਾਂ ਇਹ ਕਹਿੰਦੇ ਵੀ ਤੁਸੀਂ ਇੰਗਲਿਸ਼ ਦੇ ਮੀਡੀਆ ਨਾਲ ਜੁੜਨਾ, ਜ਼ਿਆਦਾ ਨਿਊਜ਼ ਜਿਹੜੀ ਇੰਗਲਿਸ਼ ਦੀ ਕਰਨੀ ਹੈ, ਸੁਣਨੀ ਹੈਗੀ, ਹੋਰ ਚੀਜ਼ਾਂ ਜਿਹੜੀਆਂ ਹਾਂਜੀ ਨੌਲੇਜ ਜ਼ਿਆਦਾ ਇਨਹਾਂਸ ਹੋ। ਹਾਂਜੀ ਸਾਡੇ ਟੀਚਰ ਜਿੱਦਾਂ ਰეკਮੈਂਡ ਕਰ ਦਿੰਦੇ ਆ, ਜਿੱਦਾਂ ਜਾਂ ਕੋਈ ਮੂਵੀ ਹੋ ਗਈ ਜਾਂ ਨਿਊਜ਼ ਇੰਗਲਿਸ਼ 'ਚ ਹੀ ਘਰੇ ਆ ਕੇ ਵੀ ਦੇਖਦੇ ਹਾਂ। ਵਧੀਆ ਮਹਿਸੂਸ ਕਰ ਰਹੇ ਸਰ। ਔਰ ਪੜ੍ਹਾਈ ਇੱਥੋਂ ਦਾ ਐਟਮੋਸਫੇਅਰ, ਟੀਚਰਸ ਦਾ ਮਾਈਂਡਸੈਟ ਆ ਵਧੀਆ, ਸਾਰਾ ਕੁਝ ਗੁੱਡ ਆ ਸਰ। ਔਰ ਟੀਚਰਸ ਹਮੇਸ਼ਾ ਪੁਆਇੰਟ ਉਹਦੇ ਤੇ ਤੁਹਾਡੇ ਨਾਲ ਸਾਰਿਆਂ ਨੂੰ ਹਾਂਜੀ ਪੋਲਾਈਟ ਵੇ ਨਾਲ ਹੀ ਕੋਈ ਰਹਿੰਦੇ ਚੀਜ਼ ਪੁੱਛੋ ਦੱਸ ਦਿੰਦੇ ਉਦੋਂ ਹੀ। ਐਕਸਪੀਰੀਅੰਸ ਤੁਹਾਡਾ? ਐਕਸਪੀਰੀਅੰਸ ਬਹੁਤ ਵਧੀਆ, ਟੀਚਰਸ ਬਹੁਤ ਕੋਆਪਰੇਟਿਵ ਆ ਅਤੇ ਵੈਲ ਐਜੂਕੇਟਿਡ ਆ, ਉਹ ਸਾਰਾ ਚੰਗੀ ਤਰ੍ਹਾਂ ਸਮਝਾਉਂਦੇ ਆ ਅਤੇ ਬਹੁਤ ਪੋਲਾਈਟ ਆ। ਮੈਡਮ ਯੂ ਆਰ ਆਲਸੋ ਟੀਚਿੰਗ ਓਵਰ ਹੇਅਰ, ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦਾ ਇੱਥੇ ਸ਼ਾਂਤ ਜਿਹਾ ਐਟਮੋਸਫੇਅਰ ਆ, ਤੁਸੀਂ 1-to-1 ਲਰਨਿੰਗ ਕਰਾਉਂਦੇ ਹੋ ਇੱਥੇ, ਕੀ ਕਹਿਣਾ ਚਾਹੋਗੇ? ਵੈਲ ਮੈਂ ਕਹਿਣਾ ਚਾਹੂੰਗੀ ਕਿ ਇੱਥੇ ਮੇਰਾ ਐਕਸਪੀਰੀਅੰਸ ਬਹੁਤ ਵਧੀਆ, ਬਿਕਾਜ਼ ਸਟੂਡੈਂਟਸ ਇੱਥੇ ਬਹੁਤ ਕੋਆਪਰੇਟਿਵ ਆ ਐਂਡ ਮੈਂ ਇੱਥੇ 1-to-1 ਸਪੀਕਿੰਗ ਲੈਂਦੀ ਹਾਂ ਸਟੂਡੈਂਟਸ ਦੀ, ਐਂਡ ਬਹੁਤ ਵਧੀਆ ਤਰੀਕੇ ਨਾਲ ਸਪੀਕਿੰਗ ਹੁੰਦੀ ਆ, ਬਿਲਕੁਲ ਐਗਜ਼ਾਮੀਨਰ ਵਰਗਾ ਮਾਹੌਲ ਹੁੰਦਾ ਹੈ, ਬਿਕਾਜ਼ ਉਹਨਾਂ ਨੂੰ ਉਹ ਯੂਜ਼ ਟੂ ਹੋ ਜਾਂਦੇ ਆ ਕਿ ਉੱਥੇ ਜਾ ਕੇ ਉਹਨਾਂ ਨੇ ਐਗਜ਼ਾਮ ਵਿੱਚ ਕਿਵੇਂ ਪ੍ਰੀਪੇਅਰ ਕਰਨਾ ਆਪਣੇ ਆਪ ਨੂੰ। ਔਰ ਜਿੱਦਾਂ ਯੂਕੇ ਦੇ ਜਿਹੜੇ ਹੈਗੇ ਆ, ਯੂਕੇ 'ਚ ਆਪਾਂ ਗੱਲ ਕਰ ਲਈਏ, ਇੰਟਰਵਿਊਜ਼ ਦੇ ਲਈ ਤੁਸੀਂ ਪ੍ਰੀਪੇਅਰ ਕਰਦੇ ਹੋ, ਬੱਚਿਆਂ ਨੂੰ ਦੱਸਦੇ ਹੋ ਕਿ ਤੁਹਾਡੀ ਬੋਡੀ ਲੈਂਗੁਏਜ ਬਹੁਤ ਜ਼ਿਆਦਾ ਵਧੀਆ ਚਾਹੀਦੀ ਆ, ਤੁਸੀਂ ਪੋਜ਼ਿਟਿਵ ਚਾਹੀਦੇ ਹੋ, ਤੁਸੀਂ ਹਮੇਸ਼ਾ ਆਪਣੀ ਅੱਖਾਂ ਦੇ ਵਿੱਚ ਇੱਕ ਪੋਜ਼ਿਟਿਵਿਟੀ ਰੱਖਣੀ ਹੈ।
ਬਿਕਾਜ਼ ਆਪਾਂ ਸਟੂਡੈਂਟਸ ਨੂੰ ਇੱਥੇ ਆ ਕੇ ਇਹੀ ਟ੍ਰੇਨ ਕਰਦੇ ਆ ਕਿ ਤੁਸੀਂ ਉੱਥੇ ਜਦੋਂ ਇੰਟਰਵਿਊ ਦੇਣ ਜਾਓਗੇ ਤੁਸੀਂ ਕਿੱਦਾਂ ਬਿਹੇਵ ਕਰਨਾ ਹੈ, ਤੁਹਾਡਾ ਐਟੀਟਿਊਡ ਕਿੱਦਾਂ ਦਾ ਹੋਣਾ ਚਾਹੀਦਾ ਹੈ ਐਂਡ ਹਰ ਇੱਕ ਤਰੀਕੇ ਨਾਲ ਆਪਾਂ ਉਹਨਾਂ ਨੂੰ ਟੈਕਲ ਕਰਦੇ ਹਾਂ। ਸੋ ਆਈ ਥਿੰਕ ਕਿ ਸਟੂਡੈਂਟਸ ਬਹੁਤ ਯੂਜ਼ਡ ਟੂ ਹੋ ਜਾਂਦੇ ਆ ਕਿ ਉਹਨਾਂ ਨੇ ਅੱਗੇ ਜਾ ਕੇ ਕਿਵੇਂ ਪਰਫਾਰਮ ਕਰਨਾ ਹੈ। ਬੇਟਾ ਤੁਸੀਂ ਇੱਥੇ ਟੀਚਿੰਗ ਵੀ ਕਰ ਰਹੇ ਹੋ ਔਰ ਫਰੰਟ ਲਾਈਨ ਤੇ ਤੁਸੀਂ ਬੈਠੇ ਹੋ। ਜਦੋਂ ਬੱਚੇ ਆਉਂਦੇ ਆ ਪਹਿਲਾਂ ਉਹਨਾਂ ਨੂੰ ਇਸ ਜ਼ੋਨ 'ਚ ਲੈ ਕੇ ਜਾਣਾ, ਉਹਨਾਂ ਨੂੰ ਗਾਈਡ ਕਰਨਾ, ਉਹਨਾਂ ਦੇ ਫੇਸਿਸ ਦੇਖ ਕੇ ਕਿ ਉਹਨਾਂ ਦੇ ਬੱਚੇ ਜਦੋਂ ਘਬਰਾਏ ਜਿਹੇ ਹੁੰਦੇ ਵੀ ਪਤਾ ਨਹੀਂ ਆਈਲੈਟਸ ਕੀ ਹੋਊਗੀ, ਜਦੋਂ ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ, ਪੇਰੈਂਟਸ ਨੂੰ ਗਾਈਡ ਕਰਦੇ ਹੋ, ਨਾਲ ਟੀਚਿੰਗ ਕਰਦੇ ਹੋ, ਕੀ ਕਹਿਣਾ ਚਾਹੋਗੇ? ਬਹੁਤ ਅੱਛਾ ਐਕਸਪੀਰੀਅੰਸ ਹੈ, ਬਹੁਤ ਵਧੀਆ ਫੀਲ ਹੁੰਦਾ ਹੈ ਕਿ ਮੈਨੂੰ ਇਹ ਓਪਰਚੁਨਿਟੀ ਮਿਲੀ ਹੈ। ਸੋ ਆਈ ਫੀਲ ਗ੍ਰੇਟਫੁਲ। ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦਾ ਐਟਮੋਸਫੀਅਰ ਹੈ ਇੱਥੇ, ਤੁਹਾਡੇ ਟੀਚਰ ਜਿਹੜੇ ਤੁਸੀਂ ਸਾਰੇ ਆਪ 'ਚ ਕੰਪਲੀਮੈਂਟਰੀ ਹੋ ਔਰ ਹੁਣ ਦੇਖੋ ਕਿ ਤੁਸੀਂ ਇੰਟਰਵਿਊ ਰਹਿ ਗਈ ਸੀ ਪਰ ਬਾਕੀ ਟੀਚਰਸ ਨੂੰ ਆਉਂ ਸੀਗਾ ਵੀ ਇਹ ਸਾਡੀ ਇਹ ਭੈਣ ਵੀ ਬੋਲੇ, ਮਤਲਬ ਇੱਕ ਫੈਮਿਲੀ ਐਟਮੋਸਫੀਅਰ ਇੱਥੇ ਬਹੁਤ ਅੱਛਾ ਐਮਬੀਐਸ ਹੈ। ਸਾਰੇ ਟੀਚਰਸ, ਬੱਚੇ, ਸਾਡੇ ਓਨਰ ਸਰ ਬਹੁਤ ਹੀ ਜ਼ਿਆਦਾ ਅੱਛੇ ਆ, ਬਹੁਤ ਵਧੀਆ ਕੋਆਪਰੇਟਿਵ ਨੇਚਰ ਹੈ ਸਾਰਿਆਂ ਦਾ। ਯੂ ਆਰ ਇੰਜੋਇੰਗ ਹੈ? ਯੈਸ, ਆਈ ਐਮ ਵੈਰੀ ਇੰਜੋਇੰਗ ਹੇਅਰ।